ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਲੜੀਵਾਰ ਕਥਾ ਸੁਣਦੇ ਹਾਂ ਜੀ। ਸੱਚੇ ਪਾਤਸ਼ਾਹ ਮਹਾਰਾਜ ਸੱਜੇ ਹਨ ਸੰਗਤਾਂ ਵਿੱਚ। ਤੁਸੀਂ ਸੁਣਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਜਪਜੀ ਸਾਹਿਬ ਦਾ ਪਾਠ ਸੁਣਾਉਣ ਵਾਸਤੇ ਕਿਹਾ। ਸਾਰੇ ਸਿੱਖ ਚੁੱਪ ਹੋਏ। ਭਾਈ ਗੋਪਾਲਾ ਜੀ ਉੱਠੇ। ਭਾਈ ਗੋਪਾਲਾ ਜੀ ਨੇ ਸ਼ੁੱਧ ਪਾਠ ਸੁਣਾਇਆ, ਪ੍ਰੇਮ ਦੇ ਨਾਲ ਸੁਣਾਇਆ, ਮਨ ਨੂੰ ਇਕਾਗਰ ਕਰਕੇ ਸੁਣਾਇਆ। ਇਹ ਗੱਲ ਵੱਖਰੀ ਹੈ ਵੀ ਉਹਨਾਂ ਦੇ ਮਨ ਵਿੱਚ ਘੋੜੇ ਲੈਣ ਦਾ ਫੁਰਨਾ ਪੈਦਾ ਹੋ ਗਿਆ ਜੀ। ਬਾਕੀ ਉਹਨਾਂ ਬੜੀ ਮਿਹਨਤ ਕਰਕੇ ਪਾਠ ਸੁਣਾਇਆ। ਜਿਵੇਂ ਸੁਣਾਇਆ ਉਹ ਤੁਸੀਂ ਕੱਲ ਸੁਣਿਆ। ਗੁਰੂ ਜੀ ਨੇ ਉਹਨਾਂ ਨੂੰ ਘੋੜਾ ਬਖਸ਼ਿਸ਼ ਕੀਤਾ। ਨਾਲ ਹੀ ਕਿਹਾ ਵੀ ਜੇ ਤੁਸੀਂ ਘੋੜੇ ਦਾ ਫੁਰਨਾ ਨਾ ਬਖਸ਼ਿਸ਼ ਕਰਦੇ ਆਪਣੇ ਮਨ ਵਿੱਚ, ਤੇ ਅਸੀਂ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਦੇਣੀ ਸੀਗੀ। ਸ਼ੁੱਧ ਪਾਠ ਦੇ ਬਰਾਬਰ, ਪ੍ਰੇਮ ਨਾਲ ਕੀਤੇ ਹੋਏ ਪਾਠ ਦੇ ਬਰਾਬਰ ਇਸ ਦੁਨੀਆ 'ਚ ਹੋਰ ਕੋਈ ਚੀਜ਼ ਨਹੀਂ ਹੈਗੀ। ਮਹਾਰਾਜ ਕਹਿਣ ਲੱਗੇ ਗੱਦੀ ਵੀ ਪੂਰੀ ਯੋਗ ਨਹੀਂ ਹੈਗੀ। ਇਹ ਤਾਂ ਇਹਦੇ ਇਵਜ ਵਿੱਚ ਦੇਖ ਰਹੇ ਹਾਂ ਜੀ। ਸੋ ਇਹ ਆਪ ਜੀ ਨੇ ਕਥਾ ਸੁਣੀ। ਆਪ ਜੀ ਨੇ ਸੁਣਿਆ ਸ਼ੁੱਧ ਬਾਣੀ ਦਾ ਬੜਾ ਮਹਾਤਮ ਹੈ। ਜੋ ਕੋਈ ਸਿੱਖ ਸ਼ੁੱਧ ਬਾਣੀ ਪਾਠ ਕਰਨ ਵਾਲਾ ਮੰਗਦਾ, ਗੁਰੂ ਜੀ ਸਾਧ ਸੰਗਤ ਜੀ ਉਹ ਪੂਰਾ ਕਰਦੇ ਆ। ਘਰਾਂ ਵਿੱਚ ਜਦੋਂ ਅਖੰਡ ਪਾਠੀ ਸਿੰਘ ਲਾਉਂਦੇ ਹੁੰਦੇ ਤੇ ਗ੍ਰੰਥੀ ਸਿੰਘ ਨੂੰ ਹੱਥ ਜੋੜ ਕੇ ਬੇਨਤੀ ਕਰਿਆ ਕਰੋ, ਪਿਆਰਿਆ ਜੇ ਤੂੰ ਮਹਾਰਾਜ ਨੇ ਤੁਹਾਨੂੰ ਇਹ ਡਿਊਟੀ ਬਖਸ਼ਿਸ਼ ਕੀਤੀ ਹੈ ਤੇ ਸਾਡੇ ਘਰ ਵਿੱਚ ਸ਼ੁੱਧ ਪਾਠ ਕਰਨ ਵਾਲੇ ਪਾਠੀ ਸਿੰਘ ਲੈ ਕੇ ਆਉਣੇ ਹੈ। ਜੇ ਅਸੀਂ ਸੰਗਤਾਂ ਧਿਆਨ ਰੱਖਾਂਗੇ, ਪਾਠੀ ਸਿੰਘਾਂ ਦੇ ਅੰਦਰ ਵੀ ਸਾਵਧਾਨਤਾ ਬਣੀ ਰਹਿੰਦੀ ਹੈ। ਸਾਧ ਸੰਗਤ ਜੀ ਬੜੇ ਬੜੇ ਵਧੀਆ ਪਾਠੀ ਸਿੰਘ ਹਨ ਜਿਹੜੇ ਸ਼ੁੱਧ ਪਾਠ ਕਰਦੇ ਆ, ਤੇ ਬੜੇ ਬੜੇ ਢਿੱਲੇ ਵੀ ਹਨ ਜੀ। ਜਪਜੀ ਸਾਹਿਬ ਦੀਆਂ 5 ਪੌੜੀਆਂ ਸੁਣਨ ਤੋਂ ਹੀ ਪਤਾ ਲੱਗ ਜਾਂਦਾ ਹੈ ਵੀ ਇਹਨਾਂ ਨੇ ਕਿੰਨੀ ਕੁ ਸੰਥਿਆ ਕੀਤੀ ਹੈ ਜੀ। ਇਸ ਕਰਕੇ ਗ੍ਰੰਥੀ ਸਿੰਘ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਿਆ ਕਰੋ ਕਿ ਭਾਈ ਸਾਹਿਬ ਜੀ ਸਾਡੇ ਘਰ ਸ਼ੁੱਧ ਪਾਠੀ ਜਿਹੜੇ ਆ ਉਹ ਤੁਸੀਂ ਲੈ ਕੇ ਆਓ। ਹੁਣ ਆਪਾਂ ਅੱਗੋਂ ਕਥਾ ਸੁਣੀਏ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਹਾਏ ਅਕੋਰ ਗਨ ਦੇ ਕਰ ਸੰਗਤ ਗਈ ਵਿਸਾਲ। ਘੋੜੇ ਭੇਟਾਵਾਂ ਇਸ ਤਰੀਕੇ ਨਾਲ ਸੰਗਤਾਂ ਨੇ ਬਹੁਤ ਕੁਝ ਗੁਰੂ ਜੀ ਦੇ ਚਰਨਾਂ ਵਿੱਚ ਰੱਖਿਆ। ਹਾਂਜੀ। ਜਾਏ ਇਸ਼ਨਾਨੇ ਸੁਧਾਸਰ ਦੇਖਤ ਭਏ ਨਿਹਾਲ। ਤੇ ਸਿੱਖ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ ਨਾ ਜੀ, ਤੇ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਕਰਨ ਗਈਆਂ ਜੀ, ਜਿਹੜੀਆਂ ਪਸ਼ਚਮ ਚੋਂ ਸੰਗਤਾਂ ਆਈਆਂ ਸਨ ਜੀ। ਹਾਂਜੀ। ਚੌਪਈ ਤੀਰਥ ਤਰਨ ਤਾਰਨ ਪੁਨ ਗਏ। ਫਿਰ ਸੰਗਤਾਂ ਤਰਨ ਤਾਰਨ ਸਾਹਿਬ ਗਈਆਂ ਜੀ। ਉਹ ਵੀ ਮਹਾਨ ਤੀਰਥ, ਗੁਰੂ ਅਰਜਨ ਦੇਵ ਜੀ ਦਾ ਥਾਪਿਆ ਹੋਇਆ ਤੀਰਥ ਜੀ। ਤਹਾਂ ਇਸ਼ਨਾਨ ਕਰਤ ਸਭ ਭਏ। ਉੱਥੇ ਵੀ ਸਿੱਖ ਸੰਗਤਾਂ ਨੇ ਜਾ ਕੇ ਬੜੇ ਹੀ ਪਿਆਰ ਦੇ ਨਾਲ ਇਸ਼ਨਾਨ ਕੀਤਾ ਜੀ। ਤਹਿ ਸੰਗਤ ਨੇ ਹਿਰਦੇ ਵਿਚਾਰਾ। ਉੱਥੇ ਫਿਰ ਸਾਧ ਸੰਗਤ ਜੀ ਸੰਗਤਾਂ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਜੀ। ਜਿਹੜੀਆਂ ਪਸ਼ਚਮ ਚੋਂ ਸੰਗਤਾਂ ਆਈਆਂ ਸਨ ਨਾ, ਭਾਈ ਸੁਭਾਗਾ ਜੀ ਹੋਣੀ, ਉਹਨਾਂ ਦੀ ਗੱਲ ਹੈ ਜੀ ਇਹ। ਹਾਂਜੀ। ਬ੍ਰਿਧ ਸਾਹਿਬ ਗੁਰ ਸਿੱਖ ਉਦਾਰਾ। ਸੰਗਤਾਂ ਨੇ ਵਿਚਾਰ ਕੀਤੀ ਵੀ ਧੰਨ ਧੰਨ ਬਾਬਾ ਬੁੱਢਾ ਜੀ ਗੁਰੂ ਘਰ ਦੇ ਮਹਾਨ ਸਿੱਖ ਹਨ। ਪਿਆਰ ਨਾਲ ਸਾਰੇ ਕਹੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਹਾਂਜੀ। ਜਿਸ ਕੋ ਬਚਨ ਪਾਏ ਗੁਰ ਜਨਮੇ। ਜਿਨ੍ਹਾਂ ਦਾ ਬਚਨ ਪਾ ਕੇ ਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ ਜੀ। ਇਹ ਬਾਬਾ ਬੁੱਢਾ ਜੀ ਦਾ ਹੀ ਬਚਨ ਸੀਗਾ ਜੀ। ਹਾਂਜੀ। ਸ਼੍ਰੀ ਹਰਗੋਬਿੰਦ ਬਿਦਤ ਸਭਨ ਮੇ। ਅੱਜ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਾਂ। ਇਹ ਬਾਬਾ ਬੁੱਢਾ ਜੀ ਦਾ ਬਚਨ ਹੈ, ਤਾਂ ਸਾਨੂੰ ਦਰਸ਼ਨ ਹੋ ਰਹੇ ਹੈ। ਸੰਗਤਾਂ ਆਪਣੇ ਮਨ ਵਿੱਚ ਤੇ ਆਪਸ ਵਿੱਚ ਗੱਲਾਂ ਕਰ ਰਹੀਆਂ ਨੇ ਜੀ। ਹਾਂਜੀ। ਇਹਾਂ ਨਿਕਟ ਤਿਸ ਦਰਸ਼ਨ ਕਰੋ। ਤੇ ਸੰਗਤਾਂ ਆਪਸ ਵਿੱਚ ਬਚਨ ਕਰਨ ਲੱਗੀਆਂ, ਐਸੇ ਬਾਬਾ ਬੁੱਢਾ ਜੀ, ਇੰਨੇ ਜ਼ਿਆਦਾ ਮਹਾਨ ਬਾਬਾ ਬੁੱਢਾ ਜੀ ਆਪਣੇ ਇੱਥੇ ਲਾਗੇ ਹੀ ਨੇ।
ਤਰਨ ਤਾਰਨ ਤੋਂ ਲਾਗੇ ਹੀ ਹੈ ਜੀ ਬੀੜ ਸਾਹਿਬ। ਹਾਂਜੀ। ਜਾਨੋ ਹੋ ਤਿਸੈ ਗੁਰੂ ਸੰਸਰੋ। ਤੇ ਕਮਾਲ ਦੀ ਗੱਲ, ਸੰਗਤਾਂ ਵਿੱਚੋਂ ਪ੍ਰੇਮੀ ਕਹਿਣ ਲੱਗੇ ਜੀ ਬਾਬਾ ਜੀ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਆ। ਕਿਉਂ? ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਦਾ ਹੀ ਰੂਪ ਨੇ, ਕਹਿਣ ਲੱਗੇ ਗੁਰੂ ਸਾਹਿਬ ਦੇ ਬਰਾਬਰ ਹੀ ਨੇ ਬਾਬਾ ਬੁੱਢਾ ਜੀ। ਭਾਵੇਂ ਸਿੱਖ ਕਦੀ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਬਰਾਬਰ ਨਹੀਂ ਅਖਵਾਉਂਦਾ, ਅਧਿਕਾਰ ਵੀ ਨਹੀਂ ਹੈਗਾ ਉਹਨੂੰ ਵੀ ਮੈਂ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਬਰਾਬਰ ਅਖਵਾਵਾਂ। ਪਰ ਚੇਤਾ ਰੱਖਿਓ, ਬਾਬਾ ਬੁੱਢਾ ਸਾਹਿਬ ਜੀ ਦੀ ਇੰਨੀ ਵੱਡੀ ਵਡਿਆਈ ਹੈ, ਸੰਗਤਾਂ ਆਪੇ ਹੀ ਕਹੀ ਜਾਂਦੀਆਂ ਵੀ ਬਾਬਾ ਜੀ ਗੁਰੂ ਸਾਹਿਬ ਦੇ ਬਰਾਬਰ ਹਨ ਜੀ। ਹਾਂਜੀ। ਇਮ ਮਸਲਤ ਕਰ ਸੰਗਤ ਗਈ। ਸੋ ਇਸ ਤਰੀਕੇ ਨਾਲ ਸੰਗਤ ਨੇ ਵਿਚਾਰ ਕੀਤੀ ਕਿ ਆਪਾਂ ਸਾਰੇ ਹੀ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰੀਏ। ਹਾਂਜੀ। ਬੀੜ ਗੁਰੂ ਕੇ ਜਹ ਸੁਧ ਲਈ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਸੰਗਤ ਜੀ ਜਿੱਥੇ ਅੱਜ ਬੀੜ ਸਾਹਿਬ ਹੈ ਨਾ ਅਸਥਾਨ, ਉਸ ਪਾਸੇ ਸੰਗਤ ਗਈ ਸੀ। ਹਾਂਜੀ। ਆਗੇ ਬ੍ਰਿਧ ਭਾਈ ਗੁਰਦਾਸ। ਤੇ ਬੀੜ ਸਾਹਿਬ ਦੇ ਵਿੱਚ ਅੱਗੇ ਜਾ ਕੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਬੈਠੇ ਨੇ ਜੀ। ਤੇ ਬਾਬਾ ਬੁੱਢਾ ਸਾਹਿਬ ਜੀ ਦੇ ਬਿਲਕੁਲ ਲਾਗੇ ਨਾ ਜੀ ਭਾਈ ਗੁਰਦਾਸ ਸਾਹਿਬ ਜੀ ਬੈਠੇ ਨੇ ਜੀ। ਹਾਂਜੀ। ਦੋਨੋਂ ਬੈਠੇ ਗਿਆਨ ਪ੍ਰਕਾਸ਼। ਦੋਵੇਂ ਬੈਠੇ ਬਚਨ ਕਿਹੜੇ ਕਰ ਰਹੇ ਆ ਜੀ? ਗਿਆਨ ਦੇ ਬਚਨ ਕਰਨ ਦੇ ਜੀ, ਸ਼ਰਧਾ ਦੇ ਬਚਨ ਕਰ ਰਹੇ ਆ, ਬੜੇ ਪਿਆਰ ਵਾਲੇ ਬਚਨ ਕਰ ਰਹੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਸਾਹਿਬ ਜੀ। ਹਾਂਜੀ। ਸਭਨ ਉਪਾਇਨ ਧਰ ਧਰ ਬੰਦੇ। ਤੇ ਸਾਰੇ ਫਿਰ ਪੇਟਾਵਾਂ ਰੱਖ ਰੱਖ ਕੇ ਬਾਬਾ ਬੁੱਢਾ ਜੀ ਨੂੰ ਮੱਥਾ ਟੇਕਣ ਲੱਗੇ। ਆਖੋ ਵਾਹਿਗੁਰੂ। ਸੰਗਤਾਂ ਬਾਬਾ ਜੀ ਦਾ ਇੰਨਾ ਸਤਿਕਾਰ ਕਰਦੀਆਂ ਕਿ ਜੇ ਗੁਰੂ ਜੀ ਨੂੰ ਮਾਇਆ ਰੱਖ ਕੇ ਮੱਥਾ ਟੇਕਣੀ ਤੇ ਬਾਬਾ ਜੀ ਨੂੰ ਵੀ ਮਾਇਆ ਰੱਖ ਕੇ ਮੱਥਾ ਟੇਕਣੀ ਜੀ। ਹਾਂਜੀ। ਪੇਟਾਵਾਂ ਰੱਖ ਕੇ ਸੰਗਤਾਂ ਨੇ ਬਾਬਾ ਬੁੱਢਾ ਜੀ ਨੂੰ ਮੱਥਾ ਟੇਕਿਆ। ਆਪਾਂ ਵੀ ਟੇਕੀਏ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਦਰਸ਼ਨ ਲੇਕਰ ਹਿਰਦੇ ਆਨੰਦੇ। ਸੰਗਤਾਂ ਬਾਬਾ ਜੀ ਦੇ ਦਰਸ਼ਨ ਕਰਕੇ ਬਹੁਤ ਆਨੰਦਿਤ ਹੋਈਆਂ ਜੀ। ਹਾਂਜੀ। ਦਈ ਪ੍ਰਦਰਸ਼ਨਾ ਸਨਮੁਖ ਬੈਸੇ। ਫਿਰ ਸੰਗਤਾਂ ਨੇ ਕਮਾਲ ਦੀ ਗੱਲ ਵੇਖੋ, ਬਾਬਾ ਬੁੱਢਾ ਜੀ ਦੀ ਵੀ ਪਰਿਕਰਮਾ ਕੀਤੀ ਜੀ, ਪਰਿਕਰਮਾ ਕੀਤੀ ਜੀ। ਹਾਂਜੀ। ਤਬ ਭਾਈ ਬੂਝੇ ਸਭ ਐਸੇ। ਤੇ ਫਿਰ ਨਾ ਜੀ ਭਾਈ ਗੁਰਦਾਸ ਜੀ ਨੇ ਸਾਰੀਆਂ ਸੰਗਤਾਂ ਨੂੰ ਬੈਠਣ ਨੂੰ ਕਿਹਾ ਜੀ। ਤੇ ਭਾਈ ਗੁਰਦਾਸ ਜੀ ਆਈਆਂ ਹੋਈਆਂ ਸੰਗਤਾਂ ਨੂੰ ਪੁੱਛਦੇ ਆ। ਹਾਂਜੀ। ਕਹਤੇ ਆਏ ਕਹਾਂ ਭਿਆਨੇ। ਬੜੀ ਕਿਰਪਾ ਕੀਤੀ ਸੰਗਤ ਜੀ, ਤੁਸੀਂ ਆਏ, ਇਹ ਦੱਸੋ ਵੀ ਕਿੱਧਰੋਂ ਆਏ ਹੋ ਤੇ ਅੱਗੇ ਕਿੱਥੇ ਜਾਣਾ। ਹਾਂਜੀ। ਸੁਨ ਸੰਗਤ ਸ਼ੁਭ ਵਾਕ ਬਖਾਨੇ। ਤੇ ਸੁਣ ਕੇ ਨਾ ਜੀ ਸੰਗਤ ਨੇ ਫਿਰ ਅੱਗੋਂ ਬਚਨ ਕੀਤਾ ਜੀ। ਹਾਂਜੀ। ਤੀਰ ਬੇਪਾਸਾ ਗ੍ਰਾਮ ਰੋਹੇਲਾ। ਬਿਆਸ ਦਰਿਆ ਦੇ ਕੰਢੇ ਤੇ ਰੋਹੇਲਾ ਪਿੰਡ ਹੈ, ਰੋਹੇਲਾ ਪਿੰਡ ਹੈ। ਹਾਂਜੀ। ਸ਼੍ਰੀ ਹਰਗੋਬਿੰਦ ਗੁਰੂ ਸੁਹੇਲਾ। ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਬੈਠ ਗਏ ਆ। ਉਸ ਰੋਹੇਲੇ ਪਿੰਡ ਨੂੰ ਸੁਹੇਲਾ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਇਸ ਸਮੇਂ ਉਸ ਪਿੰਡ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਹੋਏ ਹਨ। ਹਾਂਜੀ। ਤੇ ਠਾਂ ਮਚਿਓ ਅਧਿਕ ਸੰਗਰਾਮੂ। ਉੱਥੇ ਬੜਾ ਵੱਡਾ ਯੁੱਧ ਵੀ ਹੋਇਆ ਜੀ। ਹਾਂਜੀ। ਤੁਰਕ ਹਜ਼ਾਰੋਂ ਗੇ ਜਮ ਧਾਮੂ। ਹਜ਼ਾਰਾਂ ਤੁਰਕਾਂ ਨੂੰ ਸਾਡੇ ਗੁਰੂ ਜੀ ਨੇ, ਸਾਡੇ ਸੱਚੇ ਪਾਤਸ਼ਾਹ ਜੀ ਨੇ ਜਮਾਂ ਦੇ ਘਰ ਪਹੁੰਚਾਇਆ। ਹਾਂਜੀ। ਤਿੰਨ ਦਰਸ਼ਨ ਕਰ ਇਤ ਦਿਸ਼ ਆਏ। ਬਾਬਾ ਜੀ ਭਾਈ ਗੁਰਦਾਸ ਜੀ ਅਸੀਂ ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ ਇੱਧਰ ਆ ਰਹੇ ਹਾਂ, ਕਹਿਣ ਲੱਗੇ। ਹਾਂਜੀ। ਰਾਵਰ ਕੇ ਦਰਸ਼ਨ ਅਬ ਪਾਏ। ਤੇ ਮਨ ਦਾ ਫੁਰਨਾ ਸੀ ਕਿ ਬਾਬਾ ਜੀ ਦੇ ਵੀ ਦਰਸ਼ਨ ਕਰ ਚੱਲੀਏ, ਇਸ ਕਰਕੇ ਹੁਣ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਆ। ਹਾਂਜੀ। ਸਰਬ ਪ੍ਰਸੰਗ ਸੁਨਿਓ ਹਰ ਖਾਏ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਏ ਜੀ। ਆਖੋ ਵਾਹਿਗੁਰੂ। ਸਾਧ ਸੰਗਤ ਜੀ ਗੱਲ ਅੰਦਰ ਦੇ ਪਿਆਰ ਦੀ ਹੈ। ਜਦੋਂ ਕਿਤੇ ਪਿਆਰੇ ਦਾ ਸੰਦੇਸ਼ਾ ਮਿਲੇ ਤੇ ਪਿਆਰ ਵਾਲੇ ਖੁਸ਼ ਹੋ ਜਾਂਦੇ ਨੇ ਜੀ। ਉਹਨਾਂ ਦੇ ਮਨ ਨੂੰ ਆਨੰਦ ਆਉਂਦਾ ਹੈ, ਉਹਨਾਂ ਦੇ ਮਨ ਨੂੰ ਚਾਅ ਚੜ੍ਹਦੇ ਆ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਬੜੇ ਪ੍ਰਸੰਨ ਹੋਏ ਜੀ। ਹਾਂਜੀ। ਸੰਗਤ ਕੋ ਭਰ ਕੇ ਤ੍ਰਿਪਤਾਏ। ਫਿਰ ਸੰਗਤ ਨੂੰ ਜਲ ਪਾਣੀ ਛਕਾ ਕੇ ਵਰ ਦੇ ਕੇ ਤ੍ਰਿਪਤ ਕੀਤਾ ਜੀ।
ਹਾਂਜੀ। ਪੁਨ ਸੰਗਤ ਨਿਜ ਥਾਨ ਭਿਆਨੀ। ਤੇ ਪਸ਼ਚਮ ਦਿਸ਼ਾ ਤੋਂ ਆਈ ਸੰਗਤ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ, ਤਰਨ ਤਾਰਨ ਸਾਹਿਬ ਦੇ ਦਰਸ਼ਨ ਕੀਤੇ, ਤੇ ਧੰਨ ਧੰਨ ਬਾਬਾ ਬੁੱਢਾ ਜੀ ਦੇ ਤੇ ਭਾਈ ਗੁਰਦਾਸ ਜੀ ਦੇ ਦਰਸ਼ਨ ਕਰਕੇ ਆਪਣੀ ਥਾਂ ਤੇ ਚਲੇ ਗਈ ਜੀ। ਭਾਵ ਮੁੜ ਪਸ਼ਚਮ ਦਿਸ਼ਾ ਨੂੰ ਸੰਗਤ ਚਲੇ ਗਈ। ਹਾਂਜੀ। ਬ੍ਰਿਧ ਨੇ ਬਾਹਰੋਂ ਗਿਰਾ ਬਖਾਨੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਸੰਗਤ ਜੀ ਹੁਣ ਬਾਬਾ ਬੁੱਢਾ ਜੀ ਦੀਆਂ ਗੱਲਾਂ ਸੁਣਿਓ ਧਿਆਨ ਨਾਲ। ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਨੂੰ ਕਹਿਣ ਲੱਗੇ ਜੀ। ਹਾਂਜੀ। ਸੁਨ ਗੁਰਦਾਸ ਬੀਤੀ ਬਹੁ ਬੇਰੇ। ਭਾਈ ਗੁਰਦਾਸ ਜੀ ਸੁਣੋ, ਬੜਾ ਸਮਾਂ ਹੋ ਗਿਆ। ਹਾਂਜੀ। ਸ੍ਰੀ ਹਰਗੋਬਿੰਦ ਦਰਸ਼ਨ ਹੇਰੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤਿਆਂ ਨੂੰ ਬੜਾ ਸਮਾਂ ਹੋ ਗਿਆ, ਦਰਸ਼ਨ ਕੀਤਿਆਂ ਨੂੰ। ਆਓ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਆਈਏ। ਹਾਂਜੀ। ਕਰਿਓ ਸੁਧਾਸਰ ਰਣ ਰਿਪ ਮਾਰੇ। ਮਹਾਰਾਜ ਸੱਚੇ ਪਾਤਸ਼ਾਹ ਬਾਰੇ ਸੁਣਿਆ, ਮਹਾਰਾਜ ਨੇ ਬਹੁਤ ਵੈਰੀਆਂ ਦਾ ਨਾਸ਼ ਕੀਤਾ। ਅਸਲ 'ਚ ਪਹਿਲੀ ਜੰਗ ਵਿੱਚ ਵੀ ਬਾਬਾ ਜੀ ਨਹੀਂ ਸਾਧ ਸੰਗਤ ਜੀ ਮਿਲੇ ਜੀ। ਪਹਿਲੀ ਜੰਗ ਤੋਂ ਪਹਿਲਾਂ ਦੇ ਹੀ ਬਾਬਾ ਜੀ ਨੇ ਛੁੱਟੀ ਲਈ ਜੀ। ਹੁਣ ਪਹਿਲੀ ਜੰਗ ਵੀ ਹੋਈ, ਉਹਦੇ ਤੋਂ ਬਾਅਦ ਮਹਾਰਾਜ ਗੋਇੰਦਵਾਲ ਸਾਹਿਬ ਰਹੇ, ਮਹੀਨਾ ਕਰਤਾਰਪੁਰ ਸਾਹਿਬ ਰਹੇ, ਫਿਰ ਮਹਾਰਾਜ ਇਸ ਪਿੰਡ ਵਿੱਚ ਆ ਗਏ। ਇੱਥੇ ਵੀ ਵੱਡੀ ਜੰਗ ਕੀਤੀ, ਰਹਿੰਦਿਆਂ ਕੁਝ ਸਮਾਂ ਹੋ ਗਿਆ ਜੀ। ਹਾਂਜੀ। ਤਹਾਂ ਜਾਏ ਪੁਨ ਅਧਿਕ ਸੰਘਾਰੇ। ਬਾਬਾ ਜੀ ਕਹਿ ਰਹੇ ਵੀ ਆਪਾਂ ਨਾ ਤੇ ਅੰਮ੍ਰਿਤਸਰ ਦੀ ਜੰਗ 'ਚ ਹੀ ਦਰਸ਼ਨ ਕੀਤੇ ਆ, ਨਾ ਉਸ ਜਗ੍ਹਾ ਦਰਸ਼ਨ ਕੀਤੇ ਜਿੱਥੇ ਮਹਾਰਾਜ ਹੁਣ ਬੈਠੇ ਆ। ਅਬ ਦਰਸ਼ਨ ਕਰਨੋ ਬਨ ਆਵੇ। ਭਾਈ ਗੁਰਦਾਸ ਜੀ ਹੁਣ ਦਰਸ਼ਨ ਕਰਨੇ ਚਾਹੀਦੇ ਆ। ਮਹਾਰਾਜ ਜੀ ਦੇ ਦਰਸ਼ਨ ਕਰਨ ਚੱਲ ਗਏ। ਵੇਖ ਲੋ ਸੰਗਤ ਜੀ, ਮਹਾਰਾਜ ਦਾ ਨਾਮ ਹੀ ਸੁਣਿਆ ਤੇ ਬਾਬਾ ਬੁੱਢਾ ਜੀ ਪਿਆਰ ਨਾਲ ਭਰ ਗਏ ਵੀ ਗੁਰੂ ਜੀ ਦੇ ਦਰਸ਼ਨ ਕਰੀਏ। ਸੰਗਤਾਂ ਭਾਗਾਂ ਵਾਲੀਆਂ ਜਿਹੜਾ ਮਹਾਰਾਜ ਦੇ ਪਸ਼ਚਮ ਚੋਂ ਆ ਕੇ ਦਰਸ਼ਨ ਕਰ ਰਹੀਆਂ ਨੇ। ਅਸੀਂ ਇੱਥੇ ਬੈਠਿਆਂ ਨਹੀਂ ਦਰਸ਼ਨ ਕੀਤੇ। ਹਾਂਜੀ। ਮਿਲ ਕਰ ਸੁਧ ਸਗਰੀ ਕੋ ਪਾਵੇ। ਨਾਲੇ ਮਹਾਰਾਜ ਨੂੰ ਮਿਲ ਕੇ ਸਾਰੀ ਖਬਰ ਸਾਰ ਲਈਏ। ਹਾਂਜੀ। ਸੁਨ ਗੁਰਦਾਸ ਹਿਰਦੇ ਬਹੁ ਭਾਈ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਗੁਰੂ ਸਾਹਿਬ ਕੋਲ ਜਾਣਾ ਕਿਹਨੂੰ ਨਹੀਂ ਚੰਗਾ ਲੱਗਦਾ ਜੀ। ਕੋਈ ਮਨਮੁਖੀ ਹੋਏਗਾ ਜਿਹੜਾ ਗੁਰੂ ਸਾਹਿਬ ਕੋ ਜਾਣ ਬਾਰੇ ਨਾ ਕਰੇਗਾ ਜੀ। ਭਾਈ ਗੁਰਦਾਸ ਜੀ ਨੂੰ ਵੀ ਇਹ ਗੱਲ ਬੜੀ ਚੰਗੀ ਲੱਗੀ ਵੀ ਮਹਾਰਾਜ ਦੇ ਕੋਲ ਚੱਲ ਗਏ। ਹਾਂਜੀ। ਪੰਥ ਚੱਲੇ ਸਭ ਬਿਲਮ ਬਿਹਾਈ। ਤੇ ਫਿਰ ਇਹ ਨਹੀਂ ਵੀ ਤਿਆਰੀ ਕੀਤੀ ਜੀ, ਉਸੇ ਵੇਲੇ ਹੀ ਬਸ ਜੀ, ਉਸੇ ਵੇਲੇ ਹੀ ਚਾਲਾ ਪਾ ਦਿੱਤਾ ਜੀ। ਹਾਂਜੀ। ਪ੍ਰਥਮ ਸੁਧਾਸਰ ਆਨ ਸ਼ਨਾਨੇ। ਪਹਿਲਾਂ ਬਾਬਾ ਜੀ ਨੇ, ਭਾਈ ਗੁਰਦਾਸ ਜੀ ਨੇ ਆ ਕੇ ਅੰਮ੍ਰਿਤਸਰ ਇਸ਼ਨਾਨ ਕੀਤਾ ਜੀ। ਹਾਂਜੀ। ਸ੍ਰੀ ਹਰਮੰਦਰ ਦਰਸ਼ਨ ਠਾਨੈ। ਤੇ ਧੰਨ ਬਾਬਾ ਬੁੱਢਾ ਜੀ ਨੇ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਹਰਮੰਦਰ ਸਾਹਿਬ ਵਿੱਚ ਦਰਸ਼ਨ ਕੀਤੇ ਜੀ, ਦਰਸ਼ਨ ਇਸ਼ਨਾਨ ਕੀਤੇ ਜੀ। ਹਾਂਜੀ। ਤੀਨ ਸਿੱਖ ਤਹ ਅਪਰ ਮਿਲੇ ਹੈ। ਅੰਮ੍ਰਿਤ ਸਰੋਵਰ ਦਾ ਕੀਤਾ ਇਸ਼ਨਾਨ, ਹਰਮੰਦਰ ਸਾਹਿਬ ਦੇ ਕੀਤੇ ਦਰਸ਼ਨ, ਤੇ ਫਿਰ ਨਾ ਅੱਗੋਂ 3 ਸਿੱਖ ਮਿਲੇ ਜੀ। 3 ਸਿੱਖ ਮਿਲੇ। ਹਾਂਜੀ। ਸੁਧ ਸੁਨ ਗੁਰ ਕੇ ਦਰਸ ਚਲੇ ਹੈ। ਬਾਬਾ ਬੁੱਢਾ ਜੀ ਦੇ ਦਰਸ਼ਨ ਕਰਕੇ ਸਾਰੇ ਸਿੱਖਾਂ ਨੂੰ ਹੀ ਬੜਾ ਚਾਅ ਚੜ੍ਹਦਾ ਜੀ। ਬੜੇ ਧੰਨ ਭਾਗ ਜਾਣੇ ਉਹਨਾਂ ਨੇ। ਪਤਾ ਕੀਤਾ ਵੀ ਹੁਣ ਬਾਬਾ ਜੀ ਨੇ ਕਿੱਥੇ ਜਾਣਾ, ਤੇ ਭਾਈ ਗੁਰਦਾਸ ਜੀ ਹੋਣਾ ਦੱਸਿਆ ਵੀ ਬਾਬਾ ਜੀ ਚੱਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ। ਤੇ ਉਹ ਸਿੱਖ ਕਹਿੰਦੇ ਬਾਬਾ ਜੀ ਕਿਰਪਾ ਕਰੋ ਤੇ ਸਾਨੂੰ ਵੀ ਨਾਲ ਹੀ ਲੈ ਕੇ ਚੱਲੋ। ਹਾਂਜੀ। ਜੋਧ ਅਜਿਤਾ ਤੀਸਰ ਜੀਵਾ। ਉਹਨਾਂ 3 ਸਿੱਖਾਂ ਦਾ ਨਾਮ ਭਾਈ ਜੋਧ ਜੀ, ਭਾਈ ਅਜਿੱਤਾ ਜੀ ਤੇ ਭਾਈ ਜੀਵਾ ਜੀ। ਹਾਂਜੀ। ਪੰਚੋਂ ਮਿਲੇ ਪ੍ਰੇਮ ਕੀ ਸੀਵਾ। 5 ਹੀ ਸਿੱਖ ਇਕੱਠੇ ਹੋ ਗਏ ਤੇ ਮਾਨੋ ਪ੍ਰੇਮ ਨਾਲ ਸਿੱਤੇ ਪਏ ਜੀ। ਕੌਣ ਕੌਣ ਜੀ? ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਆਖੋ ਸਾਰੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਇੱਕ ਤੇ ਬਾਬਾ ਬੁੱਢਾ ਸਾਹਿਬ ਜੀ, ਦੂਸਰੇ ਧੰਨ ਧੰਨ ਭਾਈ ਗੁਰਦਾਸ ਜੀ। ਧੰਨ ਧੰਨ ਭਾਈ ਗੁਰਦਾਸ ਜੀ। ਇਹ ਹੋ ਗਏ ਜੀ। ਤੇ ਫਿਰ 3 ਸਿੱਖ ਹੋਰ, ਭਾਈ ਜੋਧ ਜੀ, ਭਾਈ ਅਜਿੱਤਾ ਜੀ ਤੇ ਭਾਈ ਜੀਵਾ ਜੀ। 5 ਜਣੇ ਬੜੇ ਹੀ ਪਿਆਰ ਨਾਲ
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਵਾਲੇ ਪਾਸੇ ਤੁਰ ਪਏ ਜੀ। ਹਾਂਜੀ, ਤੀਰ ਬੇਪਾਸਾ ਕੇ ਚਲ ਆਏ। ਚਲਦਿਆਂ ਕਰਦਿਆਂ ਬਿਆਸ ਦਰਿਆ ਦੇ ਕੰਢੇ ਆ ਗਏ ਜੀ। ਸਤਿਗੁਰ ਜਸ ਘਰ ਘਰ ਸੁਣ ਪਾਏ। ਤੇ ਪਿਆਰਿਓ, ਜਿਉਂ-ਜਿਉਂ ਲਾਗੇ ਆਏ ਨਾ ਜੀ, ਤਿਉਂ-ਤਿਉਂ ਉਹਨਾਂ ਨੇ ਘਰ ਘਰ 'ਚ ਗੁਰੂ ਜੀ ਦਾ ਜਸ ਸੁਣਿਆ ਜੀ। ਸਭ ਲੋਕ ਤਾਰੀਫਾਂ ਕਰ ਰਹੇ, ਹਾਂ ਇੱਧਰ ਗੁਰੂ ਹਰਗੋਬਿੰਦ ਸਾਹਿਬ ਆਏ ਹਨ। ਪਿਆਰਿਓ, ਸੰਗਤਾਂ ਰਸਤੇ 'ਚ ਬਾਬਾ ਜੀ ਦਾ ਵੀ ਬੜਾ ਸਤਿਕਾਰ ਕਰਦੀਆਂ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜਾ ਰਹੇ ਨੇ। ਹਾਂਜੀ, ਮੁਗਲ ਮਾਰ ਗੁਰ ਭਇਓ ਵਡੇਰਾ। ਲੋਕ ਸੰਗਤਾਂ ਇਹ ਕਹਿੰਦੇ, ਬਾਬਾ ਜੀ ਬੜੇ ਮੁਗਲਾਂ ਦਾ ਨਾਸ਼ ਕੀਤਾ ਤੇ ਮਹਾਰਾਜ ਨੇ। ਮਹਾਰਾਜ ਤਾਂ ਵਾਕਈ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਬਹੁ ਭਾਰੇ ਉਪਕਾਰੀ ਹਨ। ਹਾਂਜੀ, ਰਣ ਘਾਲਿਓ ਕਸਮਾਨ ਕਨੇਰਾ। ਕਮਸਾਨ ਦਾ ਜੰਗ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ। ਗ੍ਰਾਮ ਗ੍ਰਾਮ ਮੈਂ ਕਹੈ ਸੁਨਾਵੇ। ਪਿੰਡਾਂ ਪਿੰਡਾਂ ਦੇ ਵਿੱਚ ਸਿੱਖ ਆਪਸ ਵਿੱਚ ਮਿਲ ਮਿਲ ਗੱਲਾਂ ਕਰਦੇ ਐ। ਮਹਾਰਾਜ ਨੇ ਅੱਡੀ ਨਹੀਂ ਲੱਗਣ ਦਿੱਤੀ ਤੁਰਕਾਂ ਦੀ। ਹਾਂਜੀ, ਸੁਨ ਸੁਨ ਸਿੱਖ ਮੋਦ ਉਪਜਾਵੇ। ਤੇ ਸੁਣ ਸੁਣ ਕੇ ਨਾ ਸਿੱਖ ਇੱਕ ਦੂਜੇ ਨੂੰ ਦੱਸ ਕੇ ਸੁਣਾ ਕੇ ਬੜੇ ਖੁਸ਼ ਹੁੰਦੇ ਆ ਜੀ। ਕਿਉਂ? ਗੁਰਸਿੱਖਾਂ ਕੈ ਮਨ ਭਾਵੰਦੀ, ਗੁਰ ਸਤਿਗੁਰ ਕੀ ਵਡਿਆਈ। ਸਾਰੇ ਆਖਿਆ ਕਰੋ, ਗੁਰਸਿੱਖਾਂ ਕੈ ਮਨ ਭਾਵੰਦੀ, ਗੁਰ ਸਤਿਗੁਰ ਕੀ ਵਡਿਆਈ। ਸਿੱਖਾਂ ਨੂੰ ਗੁਰੂ ਜੀ ਦੀ ਵਡਿਆਈ ਚੰਗੀ ਲੱਗਦੀ। ਹੁਣ ਉਹਨਾਂ ਕੋਲੋਂ ਬਾਬਾ ਬੁੱਢਾ ਜੀ ਸੁਣਦੇ, ਬਾਬਾ ਜੀ ਨੂੰ ਵੀ ਬੜਾ ਚਾਅ ਚੜ੍ਹਦਾ ਜੀ। ਹਾਂਜੀ, ਆਗੇ ਸਤਿਗੁਰ ਕਥਾ ਸੁਨੀਜੈ। ਹੁਣ ਮਹਾਰਾਜ ਦੀ ਕਥਾ ਸੁਣੋ ਕਹਿਣ ਲੱਗੇ। ਬਾਬਾ ਬੁੱਢਾ ਜੀ ਹੁਣੀ ਤੁਰ ਪਏ। ਇਧਰ ਗੁਰੂ ਸਾਹਿਬ ਕੀ ਕਰ ਰਹੇ ਹੋ ਸੁਣੋ। ਜਿਸ ਤੇ ਸਕਲ ਕਾਮ ਨਾ ਲੀਜੈ। ਮਹਾਰਾਜ ਦੀ ਕਥਾ ਸੁਣੋ। ਜਿਸ ਕਥਾ ਨੂੰ ਸੁਣ ਕੇ ਜੋ ਮੰਗੀਏ ਉਹ ਮਿਲਦਾ ਹੈ। ਸੁੰਦਰ ਸਗਰੋ ਕੋਟ ਚਿਨਾਵਾ। ਮਹਾਰਾਜ ਜੀ ਨੇ ਆਸੇ ਪਾਸੇ ਬੜਾ ਸੋਹਣਾ ਕਿਲਾ ਬਣਵਾਇਆ ਜੀ। 4 ਦੀਵਾਰੀ ਬਣਾਈ ਦੀ ਉੱਥੇ। ਹਾਂਜੀ, ਨਗਰ ਬਸਾਵਨ ਮਨ ਲਲਚਾਵਾ। ਤੇ ਗੁਰੂ ਜੀ ਦੇ ਮਨ ਦਾ ਫੁਰਨਾ ਨਗਰ ਵਸਾਇਆ ਜਾਵੇ। ਹਾਂਜੀ, ਤਬ ਵਿਸ਼ਕਰਮਾ ਨਰ ਤਨ ਧਰ ਕੇ। ਫਿਰ ਵਿਸ਼ਕਰਮਾ ਜੀ ਮਨੁੱਖਾ ਸਰੀਰ ਧਾਰਨ ਕਰਕੇ ਆਏ। ਆਖੋ ਵਾਹਿਗੁਰੂ ਵਾਹਿਗੁਰੂ। ਵਿਸ਼ਕਰਮਾ ਜੀ ਕੌਣ ਹਨ ਜੀ? ਇਹ ਇੱਕ ਦੇਵਤਾ ਮੰਨਿਆ ਗਿਆ ਜੀ। ਵਿਸ਼ਕਰਮਾ ਜੀ ਇੱਕ ਦੇਵਤਾ ਮੰਨੇ ਗਏ ਹੈ, ਜਿਨ੍ਹਾਂ ਦੀ ਰੱਬ ਵੱਲੋਂ ਇਹ ਜ਼ਿੰਮੇਵਾਰੀ ਲਾਈ ਗਈ ਹੈ ਕਿ ਜਿੰਨਾ ਵੀ ਮਿਸਤਰੀਗਿਰੀ ਦਾ ਕੰਮ ਹੈ ਉਹ ਉਹਨਾਂ ਦੇ ਹਿੱਸੇ ਹੈ ਜੀ। ਹਾਂਜੀ, ਇਹ ਪਰਮੇਸ਼ਰ ਵੱਲੋਂ ਡਿਊਟੀ ਲਾਈ ਗਈ ਵਿਸ਼ਕਰਮਾ ਜੀ ਦੀ ਜੀ। ਤੇ ਚੇਤਾ ਰੱਖਿਓ, ਦੇਵੀ ਦੇਵਤੇ ਗਏ ਨਹੀਂ ਕਿਤੇ, ਇੱਥੇ ਹੀ ਹਾਜ਼ਰ ਨੇ। ਗੁਰੂ ਜੀ ਦੇ ਚਰਨਾਂ 'ਚ ਹਾਜ਼ਰ ਨੇ। ਭਾਈ ਗੁਰਦਾਸ ਜੀ ਲਿਖਦੇ, ਲక్ష్ਮੀਆਂ ਲੱਖ ਗੋਲੀਆਂ, ਲੱਖਾਂ ਲక్ష్ਮੀਆਂ ਦੇਵੀਆਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀਆਂ ਗੋਲੀਆਂ ਬਣ ਕੇ ਸੇਵਾ ਕਰ ਰਹੀਆਂ ਹਨ ਜੀ। ਵਿਸ਼ਕਰਮਾ ਜੀ, ਹਾਂਜੀ, ਗੁਰ ਕਾਰਜ ਕੋ ਚਿਤਵਨ ਕਰਕੇ। ਉਹਨਾਂ ਨੂੰ ਪਤਾ ਲੱਗਾ ਵੀ ਮਹਾਰਾਜ ਸੱਚੇ ਪਾਤਸ਼ਾਹ ਨਗਰ ਬਣਾ ਰਹੇ ਆ ਤੇ ਗੁਰੂ ਸਾਹਿਬ ਜੀ ਨੂੰ ਕੰਮ ਹੈ। ਉਹ ਫਿਰ ਮਨੁੱਖ ਦਾ ਸਰੀਰ ਧਾਰਨ ਕਰਕੇ ਆਏ ਜੀ। ਹਾਥ ਜੋੜ ਕਰ ਦਰਸ਼ਨ ਕੀਨਾ। ਹੱਥ ਜੋੜ ਕੇ ਆ ਕੇ ਦਰਸ਼ਨ ਕੀਤੇ ਵਿਸ਼ਕਰਮਾ ਜੀ ਨੇ। ਆਪਾਂ ਵੀ ਹੱਥ ਜੋੜੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ, ਪਦ ਅਰਬਿੰਦਨ ਬੰਧਨ ਕੀਨਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਨਾਲ ਜੀ। ਹਾਂਜੀ, ਮੇਧਾਵੀ ਨਿਜ ਨਾਮ ਧਰਾਇਓ। ਤੇ ਨਾਮ ਪਤਾ ਕੀ ਰਖਾਇਆ ਜੀ ਆਪਣਾ? ਮੇਧਾਵੀ। ਹੁਣ ਸਿੱਖਾਂ ਨੂੰ ਤਾਂ ਨਹੀਂ ਪਤਾ ਕੌਣ ਆਇਆ, ਉਹ ਤੇ ਸਮਝਦੇ ਰਾਜ ਮਿਸਤਰੀ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਹੈ ਵੀ ਇਹ ਬਾਬਾ ਵਿਸ਼ਕਰਮਾ ਜੀ ਆਏ ਨੇ ਜੀ। ਹਾਂਜੀ, ਗੁਰ ਸਨਮੁਖ ਹੋਏ ਬਾਕ ਅਲਾਇਓ। ਉਹ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਆਪਨ ਸਫਲਤਾ ਕਰ ਬੇਕਾਰਨ। ਹਾਂਜੀ, ਆਇਓ ਤੁਮ ਹਿਤ ਨਗਰ ਉਸਾਰਨ। ਸੱਚੇ ਪਾਤਸ਼ਾਹ ਆਪ ਜੀ ਦੀ ਖਬਰ ਮੈਨੂੰ ਪਤਾ ਲੱਗੀ, ਆਪ ਜੀ ਨਗਰ ਬਣਾ ਰਹੇ ਹੋ। ਮੈਂ ਸੋਚਿਆ ਮੇਰਾ ਵੀ ਭਲਾ ਹੋਵੇ, ਇਸ ਕਰਕੇ ਆਪਣੇ ਜਨਮ ਦਾ ਆਪਣਾ ਭਲਾ ਕਰਾਉਣ ਵਾਸਤੇ ਮੈਂ ਵੀ ਆਪ ਜੀ ਦੇ ਚਰਨਾਂ 'ਚ ਸੇਵਾ ਕਰਨ ਵਾਸਤੇ ਆਇਆ ਜੀ।
ਹਾਂਜੀ। ਇਸ ਵਿਦਿਆ ਮਹਿ ਮਹਾਪਰਬੀਨਾ। ਮਹਾਰਾਜ ਘਰ ਬਣਾਉਣੇ, ਇਸ ਵਿਦਿਆ ਵਿੱਚ ਮੈਂ ਬੜਾ ਪ੍ਰਵੀਣ ਹਾਂ। ਹਾਂਜੀ। ਆਇਸ ਦੀਜੈ ਹੈ ਰਚੋ ਨਵੀਨਾ। ਮੈਨੂੰ ਆਗਿਆ ਦਿਓ, ਵਧੀਆ ਵਧੀਆ ਤਰੀਕੇ ਦੇ ਘਰ ਬਣਾਵਾਂਗਾ ਮਹਾਰਾਜ। ਹਾਂਜੀ। ਤਬ ਸਤਿਗੁਰ ਸਗਰੀ ਬਿਦ ਜਾਨ। ਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਾਣ ਗਏ ਵੀ ਇਹ ਕੌਣ ਹੈ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਨੂੰ ਪਤਾ ਲੱਗ ਗਿਆ ਵੀ ਇਹ ਤੇ ਬਾਬਾ ਵਿਸ਼ਵਕਰਮਾ ਜੀ ਹਨ ਜੀ। ਹਾਂਜੀ। ਕਹਿਓ ਭਲੇ ਨਿਜ ਕਰੁਣਾ ਠਾਨ। ਸੱਚੇ ਪਾਤਸ਼ਾਹ ਮਹਾਰਾਜ ਨੇ ਮਿਹਰ ਦੇ ਘਰ ਵਿੱਚ ਆ ਕੇ ਬਚਨ ਕੀਤਾ ਜੀ ਬਾਬਾ ਵਿਸ਼ਵਕਰਮਾ ਜੀ ਨੂੰ। ਵੇਖੋ ਕਈ ਲੋਕ ਵਿਸ਼ਵਕਰਮਾ ਜੀ ਨੂੰ ਮਾੜਾ ਕਹੀ ਜਾਂਦੇ ਸਾਡੇ ਜੀ, ਮੈਂ ਨਹੀਂ ਕਹਿ ਸਕਦਾ। ਕਿਉਂ? ਵਿਸ਼ਵਕਰਮਾ ਜੀ ਤੇ ਖੁਦ ਆ ਕੇ ਸਾਡੇ ਗੁਰੂ ਜੀ ਦੀ ਸੇਵਾ ਕਰਨ ਦੇ ਨੇ ਜੀ। ਹੈ ਤੇ ਜਿਹੜਾ ਆ ਕੇ ਸਾਡੇ ਗੁਰੂ ਜੀ ਦੀ ਸੇਵਾ ਕਰੇ, ਅਸੀਂ ਉਹਨੂੰ ਬੁਰਾ ਕਹਿ ਸਕਦੇ ਹਾਂ ਜੀ? ਨਹੀਂ ਕਹਿਣਾ ਚਾਹੀਦਾ। ਐਵੇਂ ਹੀ ਭਰਮਾਂ ਭੁਲੇਖਿਆਂ 'ਚ ਨਹੀਂ ਪੈਣਾ ਚਾਹੀਦਾ ਜੀ। ਪੜ੍ਹੇ ਲਿਖੇ ਤੇ ਕਿਤੋਂ ਨਹੀਂ ਹੁੰਦੇ ਜੀ। ਐਵੇਂ ਹੀ ਜੀ ਹਾਏ ਜੀ ਆਹ ਲਿਖ ਦਿੱਤਾ ਜੀ, ਆਹ ਲਿਖ ਦਿੱਤਾ ਜੀ। ਨਹੀਂ ਸਾਧ ਸੰਗਤ ਜੀ, ਵੇਖੋ ਵਿਸ਼ਵਕਰਮਾ ਜੀ ਆ ਕੇ ਸਾਡੇ ਗੁਰੂ ਜੀ ਦੇ ਚਰਨਾਂ 'ਚ ਮੱਥਾ ਟੇਕ ਰਹੇ ਆ ਤੇ ਮੱਥਾ ਟੇਕ ਕੇ ਆਗਿਆ ਮੰਗ ਰਹੇ ਆ। ਹਾਂਜੀ। ਸਭ ਕਾਰੀਗਰ ਮਹਿ ਮੁਖ ਹੋਵੋ। ਮਹਾਰਾਜ ਨੂੰ ਪਤਾ ਲੱਗ ਗਿਆ ਜੀ। ਮਹਾਰਾਜ ਨੇ ਮੁੱਖੋਂ ਨਹੀਂ ਕੁਝ ਬੋਲਿਆ ਵੀ ਤੁਸੀਂ ਬਾਬਾ ਵਿਸ਼ਵਕਰਮਾ ਜੀ ਹੋ। ਹਾਂ, ਇਹ ਬਚਨ ਮਹਾਰਾਜ ਕਹਿਣ ਲੱਗੇ, ਜਿੰਨੇ ਕਾਰੀਗਰ ਲੱਗੇ ਆ ਨਾ ਉਹਨਾਂ ਸਾਰਿਆਂ ਦੇ ਮੁਖੀ ਕਾਰੀਗਰ ਤੁਸੀਂ ਹੋਵੋਗੇ, ਕਹਿਣ ਲੱਗੇ। ਰਚੋ ਨਗਰ ਨੀਕੀ ਬਿਦ ਜੋਵੋ। ਬਹੁਤ ਵਧੀਆ ਤਰੀਕੇ ਦੇ ਨਾਲ ਨਗਰ ਬਣਾਉਣਾ, ਮਹਾਰਾਜ ਕਹਿਣ ਲੱਗੇ। ਹਾਂਜੀ। ਸਭ ਕੋ ਨਿਜ ਕਰ ਦੇਹੋ ਮਜੂਰੀ। ਆਪਣੇ ਹੱਥਾਂ ਨਾਲ ਮਜ਼ਦੂਰੀ ਦਿਓ। ਅੱਗੇ ਬਾਬਾ ਬਿਧੀ ਚੰਦ ਜੀ ਦੀ ਡਿਊਟੀ ਲਾਈ ਸੀ ਮਹਾਰਾਜ ਨੇ, ਹੁਣ ਬਾਬਾ ਵਿਸ਼ਵਕਰਮਾ ਜੀ ਦੀ ਲਾ ਦਿੱਤੀ ਜੀ। ਤੂਰਨ ਕਰੋ ਸੰਪੂਰਨ ਰੂਰੀ। ਮਹਾਰਾਜ ਕਹਿਣ ਲੱਗੇ ਵੀ ਛੇਤੀ ਚਾਹੀਦਾ ਸਾਨੂੰ ਨਗਰ ਤਿਆਰ। ਇਹ ਨਗਰ ਜਿਹੜਾ ਹੈ ਨਾ ਛੇਤੀ ਤਿਆਰ ਕਰ ਦਿਓ ਸਾਨੂੰ। ਹਾਂਜੀ। ਆਇਸ ਪਾਏ ਕਰੀ ਸਭ ਕਾਰ। ਇਸੇ ਤਰ੍ਹਾਂ ਹੀ ਹੋਇਆ ਜੀ। ਮੇਧਾਵੀ ਨਾਮ ਵਿਸ਼ਵਕਰਮਾ ਜੀ ਨੇ ਆਪਣਾ ਰਖਵਾਇਆ ਤੇ ਬੜੇ ਪਿਆਰ ਦੇ ਨਾਲ ਸਾਰਾ ਕਾਰਜ ਕੀਤਾ ਜੀ। ਫਿਰ ਉਹਨਾਂ ਨੇ ਜੀ, ਮੈਂ ਅੱਗੇ ਇੱਕ ਦਿਨ ਬੇਨਤੀ ਕੀਤੀ ਸੀ, ਜਦੋਂ ਨਗਰ ਬਣਾਇਆ ਹਰ ਗਲੀ 'ਚ ਖੂਹ ਰੱਖਿਆ ਜੀ। ਹਾਂਜੀ। ਰਚਿਓ ਨਗਰ ਬੀਥੀਰੋ ਬਾਜ਼ਾਰ। ਬੜੀਆਂ ਸੋਹਣੀਆਂ ਗਲੀਆਂ ਅੱਜ ਵੀ ਹਨ, ਬਾਜ਼ਾਰ ਬਣੇ ਜੀ ਉੱਥੇ। ਹਾਂਜੀ। ਆਦ ਮਸੀਤ ਸਦਨ ਤਬ ਸਾਰੇ। ਮਸੀਤ ਵੀ ਫਿਰ ਬਣਵਾਈ ਜੀ। ਮਹਾਰਾਜ ਨੇ ਕਿਹਾ ਸੀ ਨਾ ਵੀ ਘੇਰੜ ਦੇ ਘਰ ਦੀ ਥਾਂ ਤੇ ਮਸੀਤ ਬਣਾਉਣੀ ਹੈ। ਉਹ ਮਸੀਤ ਵੀ ਜਿਹੜੀ ਹੈ ਉਹ ਗੁਰੂ ਜੀ ਨੇ ਬਣਵਾਈ ਜੀ, ਵਿਸ਼ਵਕਰਮਾ ਜੀ ਦੇ ਰਾਹੀਂ ਬਣਵਾਈ ਜੀ। ਹਾਂਜੀ। ਕਰਵਾਵਨ ਲਾਗਸ ਤਬ ਤਿਆਰੇ। ਬਸ ਛੇਤੀ ਛੇਤੀ ਗਲੀਆਂ, ਬਾਜ਼ਾਰ, ਘਰ, ਮਸੀਤ, ਖੂਹ, ਇਹ ਸਾਰੀ ਤਿਆਰੀ ਗੁਰੂ ਜੀ ਕਰਵਾ ਰਹੇ ਨੇ ਜੀ। ਹਾਂਜੀ। ਬੈਠੇ ਸਤਿਗੁਰ ਲਾਏ ਦੀਵਾਨ। ਹੁਣ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ, ਦੀਵਾਨ ਲੱਗਾ ਹੋਇਆ। ਸਾਧ ਸੰਗਤ ਜੀ ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਕਹੋ ਵਾਹਿਗੁਰੂ 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 ਵਾਹਿਗੁਰੂ। ਗਾਵਤ ਸ਼ਬਦ ਰਬਾਬੀ ਗਿਆਨ। ਤੇ ਸ਼ਬਦ ਗੁਰੂ ਕੇ ਰਬਾਬੀ ਸਿੱਖ ਬੜੇ ਪਿਆਰ ਨਾਲ ਗਾ ਰਹੇ ਨੇ ਜੀ। ਆਏ ਸਿੱਖ ਨੇ ਤਬੈ ਸੁਨਾਇਓ। ਇੱਕ ਸਿੱਖ ਮਹਾਰਾਜ ਕੋਲ ਆਇਆ ਜੀ, ਕੀਰਤਨ ਹੋ ਰਿਹਾ, ਸਤਿਗੁਰੂ ਜੀ ਦੇ ਨੇੜੇ ਆ ਕੇ ਹੱਥ ਜੋੜ ਕੇ ਮਹਾਰਾਜ ਨੂੰ ਕਹਿਣ ਲੱਗਾ, ਬ੍ਰਿਧ ਸਾਹਿਬ ਗੁਰਦਾਸ ਹੈ ਆਇਓ। ਸੱਚੇ ਪਾਤਸ਼ਾਹ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਆਏ ਹੋਏ ਨੇ, ਕਹਿਣ ਲੱਗੇ। ਇੱਥੇ ਹੀ ਲਾਗੇ ਹੀ ਆਏ ਨੇ, ਪਹੁੰਚ ਰਹੇ ਨੇ। ਹਾਂਜੀ। ਸੁਨਤ ਮੁਦਦ ਸ਼੍ਰੀ ਹਰਗੋਬਿੰਦ। ਤੇ ਸੰਗਤ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ, ਕੀ ਪਤਾ ਲੱਗਾ ਕਿ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਆਏ, ਮਹਾਰਾਜ ਸੱਚੇ ਪਾਤਸ਼ਾਹ ਬੜੇ ਹੀ ਖੁਸ਼ ਹੋਏ ਜੀ। ਜਦੋਂ ਸਾਨੂੰ ਪਤਾ ਲੱਗੇ ਵੀ ਸਾਡਾ ਬੜਾ ਹੀ ਕੋਈ ਪਿਆਰਾ ਆਇਆ ਤੇ ਅਸੀਂ ਫਿਰ ਬੜੇ ਖੁਸ਼ ਹੁੰਨੇ ਆ ਵੀ ਸਾਡਾ ਪਿਆਰਾ ਆਇਆ। ਆਖੋ ਵਾਹਿਗੁਰੂ। ਸੰਸਾਰੀ ਬੰਦੇ ਆ, ਜਿਸ ਰਿਸ਼ਤੇਦਾਰ ਨਾਲ ਸਾਡਾ ਪਿਆਰ ਹੋਵੇ ਉਹ ਰਿਸ਼ਤੇਦਾਰ ਘਰ 'ਚ ਆਵੇ
ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਸਾਡਾ ਪਿਆਰਾ ਰਿਸ਼ਤੇਦਾਰ ਆਇਆ। ਤੇ ਗੁਰੂ ਜੀ ਦੇ ਤੇ ਰਿਸ਼ਤੇਦਾਰ ਹੀ ਗੁਰੂ ਦੀਆਂ ਸੰਗਤਾਂ ਹਨ ਜੀ। ਤੇ ਸੰਗਤਾਂ ਵਿੱਚੋਂ ਵੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਹਾਂਜੀ, ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਆਉਣ ਦੀ ਖਬਰ ਸੁਣੀ, ਮਹਾਰਾਜ ਸੱਚੇ ਪਾਤਸ਼ਾਹ ਬਹੁਤ ਖੁਸ਼ ਹੋਏ ਹਨ ਜੀ। ਹਾਂਜੀ, ਨਿਕਟ ਹਕਾਰਿਓ ਵਿਦਿਆ ਚੰਦ। ਕੀਰਤਨ ਹੋ ਰਿਹਾ ਜੀ। ਮਹਾਰਾਜ ਬਾਬਾ ਬਿਧੀ ਚੰਦ ਜੀ ਨੂੰ ਕਹਿਣ ਲੱਗੇ, ਲਾਗੇ ਸੱਦ ਕੇ, ਹਾਂਜੀ, ਲੇਕਰ ਬ੍ਰਿੰਦ ਸਿੱਖ ਚੱਲ ਜਾਵੋ। ਮਹਾਰਾਜ ਕਹਿੰਦੇ ਕੁਝ ਸਿੱਖ ਆਪਣੇ ਨਾਲ ਲੈ ਜਾਓ, ਕੁਝ ਸਿੱਖ ਆਪਣੇ ਨਾਲ ਲੈ ਕੇ ਜਾਵੋ। ਹਾਂਜੀ, ਸਾਦਰ ਬੰਧਨ ਕਰ ਇਤ ਲਿਆਵੋ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਜਾ ਕੇ ਮਿਲੋ ਤੇ ਵੇਖਦਿਆਂ ਸਾਰ ਸਾਡੇ ਵੱਲੋਂ ਮੱਥਾ ਟੇਕਣਾ ਬਾਬਾ ਜੀ ਨੂੰ। ਆਖੋ ਵਾਹਿਗੁਰੂ। ਹਾਂਜੀ, ਸੁਣ ਇਹ ਮਹਾਰਾਜ ਕਹਿੰਦੇ ਵੇਖਦਿਆਂ ਸਾਰ ਸਾਡੇ ਵੱਲੋਂ ਮੱਥਾ ਟੇਕਣਾ। ਅੱਜ ਕੱਲ ਨਹੀਂ ਲੋਕ ਇੰਜ ਕਰਦੇ ਜੀ। ਕਿੱਲਾ ਧੌਣਾ ਚ ਕਿੱਲੇ ਠੁੱਕੇ ਜੀ, ਮੈਨੂੰ ਮਾਫ ਕਰਿਓ। ਜੇ ਕੋਈ ਵੱਡੀ ਉਮਰ ਦਾ, ਵੱਡੀ ਅਵਸਥਾ ਦਾ ਗੁਰਸਿੱਖ ਮਿਲ ਜੇ ਨਾ ਜੀ, ਤੇ ਫਤਿਹ ਵੀ ਆਕੜ ਕੇ ਬੁਲਾਉਂਦੇ ਆ ਜੀ। ਤੇ ਖੁਦ ਗੁਰੂ ਜੀ ਕਹਿ ਰਹੇ ਬਾਬਾ ਬਿਧੀ ਚੰਦ ਜੀ ਨੂੰ, ਜਾਓ ਕੁਝ ਸਿੱਖ ਨਾਲ ਲੈ ਜਾਓ ਤੇ ਸਾਦਰ ਬੰਧਨ ਕਰ ਇਤ ਲਿਆਵੋ। ਪਹਿਲਾਂ ਕਹਿੰਦੇ ਮੱਥਾ ਟੇਕਣਾ ਉਹਨਾਂ ਨੂੰ ਸਾਡੇ ਵੱਲੋਂ, ਬਾਬਾ ਬੁੱਢਾ ਜੀ ਨੂੰ। ਫਿਰ ਬੜੇ ਹੀ ਪਿਆਰ ਦੇ ਨਾਲ ਬਾਬਾ ਜੀ ਨੂੰ ਲੈ ਕੇ ਆਉਣਾ। ਹਾਂਜੀ, ਸੁਨ ਵਿਧਿਆ ਸਿੱਖ ਗਨ ਲੈ ਗਇਓ। ਤੇ ਬਾਬਾ ਬਿਧੀ ਚੰਦ ਜੀ ਫਿਰ ਸਿੱਖਾਂ ਨੂੰ ਨਾਲ ਲੈ ਕੇ ਗਏ ਜੀ। ਜਾਏ ਬ੍ਰਿਧ ਕੋ ਦਰਸਤ ਭਇਓ। ਜਾ ਕੇ ਬਾਬਾ ਬੁੱਢਾ ਜੀ ਦੇ ਦਰਸ਼ਨ ਕੀਤੇ। ਬਾਬਾ ਜੀ ਨੇ ਪੁੱਛਿਆ ਵੀ ਆ ਉਹ ਉੱਚੀ ਥਾਂ ਉਸੇ ਪਿੰਡ 'ਚ ਨੇ ਮਹਾਰਾਜ? ਸਿੱਖ ਕਹਿੰਦੇ ਜੀ ਹਾਂ ਉਸੇ ਪਿੰਡ ਵਿੱਚ ਨੇ। ਕਹਿੰਦੇ ਬਾਬਾ ਜੀ ਨੇ ਡਾਂਗ ਰੱਖ ਕੇ ਤੇ ਮੱਥਾ ਟੇਕਿਆ ਉਸ ਪਿੰਡ ਨੂੰ ਪਹਿਲਾਂ ਜੀ। ਹਾਂਜੀ, ਸੋਈ ਸੁਹਾਵਾ ਥਾਨ ਜਿੱਥੇ ਪ੍ਰਿਏ ਨਾਨਕ ਜੀ ਤੂੰ ਉਠਿਆ, ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀ। ਬਾਬਾ ਜੀ ਤੁਰੇ ਆ ਰਹੇ ਤੇ ਬਾਬਾ ਬਿਧੀ ਚੰਦ ਜੀ ਕੁਝ ਸਿੱਖਾਂ ਨੂੰ ਲੈ ਕੇ ਅੱਗੇ ਹੋ ਕੇ ਮਿਲੇ ਜੀ। ਹਾਂਜੀ, ਨਮੋ ਕਰੀ ਸਭ ਨੇ ਸਨਮਾਨ। ਤੇ ਫਿਰ ਨਾ ਜੀ ਬੜੇ ਪਿਆਰ ਨਾਲ ਬਾਬਾ ਬਿਧੀ ਚੰਦ ਜੀ ਨੇ ਬਾਬਾ ਬੁੱਢਾ ਜੀ ਨੂੰ ਮੱਥਾ ਟੇਕਿਆ ਜੀ। ਗੁਰੂ ਜੀ ਨੇ ਜੋ ਕਿਹਾ ਸੀ ਵੀ ਬਾਬਾ ਬੁੱਢਾ ਜੀ ਨੂੰ ਵੇਖ ਕੇ ਪਹਿਲਾਂ ਮੱਥਾ ਟੇਕਿਓ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਪਹਿਲਾਂ ਬਾਬਾ ਜੀ ਨੂੰ ਮੱਥਾ ਟੇਕਣਾ, ਨਮਸਕਾਰ ਕਰਨੀ ਹੈ। ਹਾਂਜੀ, ਆਏ ਗੁਰੂ ਢਿੱਗ ਕਰ ਅਗਵਾਨ। ਤੇ ਫਿਰ ਬਾਬਾ ਜੀ ਅਗਵਾਈ ਕਰਦੇ ਹੋਏ ਨਾ ਜੀ ਲੈ ਕੇ, ਭਾਈ ਬਿਧੀ ਚੰਦ ਜੀ ਅਗਵਾਈ ਕਰਕੇ ਲੈ ਕੇ ਆਏ ਆ ਉਸ ਜਗ੍ਹਾ ਲੈ ਕੇ ਆਏ ਜਿੱਥੇ ਦੀਵਾਨ ਲੱਗਾ ਜੀ। ਹਾਂਜੀ, ਦੇਖ ਦੂਰ ਤੇ ਹਰਗੋਬਿੰਦ। ਤੇ ਬਾ ਖੁੱਲਾ ਪੰਡਾਲ ਹੀ ਸੀ। ਗੁਰੂ ਹਰਗੋਬਿੰਦ ਸਾਹਿਬ ਸਾਹਮਣੇ ਬੈਠੇ ਆ। ਦੂਰੋਂ ਵੇਖ ਲਿਆ ਕਿ ਬਾਬਾ ਬੁੱਢਾ ਜੀ ਆ ਰਹੇ ਨੇ, ਦੂਰੋਂ ਹੀ ਵੇਖ ਲਿਆ। ਤੇ ਪਿਆਰਿਓ ਦੂਰੋਂ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿ ਬਾਬਾ ਜੀ ਆ ਰਹੇ ਆ, ਪਤਾ ਗੁਰੂ ਜੀ ਨੇ ਕੀ ਕੀਤਾ ਜੀ। ਹਾਂਜੀ, ਉੱਠੇ ਤੁਰਤ ਹੀ ਜੁਤ ਸਿੱਖ ਬ੍ਰਿੰਦ। ਸੱਚੇ ਪਾਤਸ਼ਾਹ ਉਸੇ ਵੇਲੇ ਗੱਦੀ ਤੋਂ ਉੱਠ ਖਲੋਤੇ ਜੀ। ਉਸੇ ਵੇਲੇ ਜੀ ਬਾਬਾ ਜੀ ਨੂੰ ਵੇਖ ਕੇ। ਤੇ ਜਦੋਂ ਗੁਰੂ ਜੀ ਉੱਠੇ ਆ ਸੰਗਤਾਂ ਵੀ ਸਾਰੀਆਂ ਉੱਠ ਗਈਆਂ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਕਿੰਨਾ ਪਿਆਰ ਹੈ ਜੀ। ਹਾਂਜੀ, ਦਰਸ਼ਨ ਕਰਤ ਆਨੰਦ ਬਿਲੰਦੇ। ਦਰਸ਼ਨ ਕੀਤੇ ਜੀ, ਦਰਸ਼ਨ ਦੀ। ਦੂਰੋਂ ਬਾਬਾ ਬੁੱਢਾ ਜੀ ਨੇ ਦਰਸ਼ਨ ਕੀਤੇ ਤੇ ਦੂਰੋਂ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਦਰਸ਼ਨ ਕੀਤੇ। ਦੂਰੋਂ ਹੀ ਇੱਕ ਦੂਜੇ ਦੇ ਦਰਸ਼ਨ ਕਰਕੇ ਬੜਾ ਆਨੰਦ ਬਣਿਆ। ਪਦ ਬੰਦਤ ਦਹੁ ਦਿਸ਼ ਕਰ ਬੰਦੇ। ਕਮਾਲ ਦੀ ਗੱਲ ਹੈ, ਬਾਬਾ ਬੁੱਢਾ ਜੀ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਣਾ, ਕਿਉਂ? ਉਹ ਸਿੱਖ ਨੇ ਜੀ। ਹਾਂਜੀ, ਪਰ ਉਧਰੋਂ ਬਾਬਾ ਬੁੱਢਾ ਜੀ ਆਏ ਤੇ ਇਧਰੋਂ ਗੁਰੂ ਹਰਗੋਬਿੰਦ ਸਾਹਿਬ। ਤੇ ਬਾਬਾ ਜੀ ਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਤੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਟੇਕਿਆ ਜੀ। ਕਮਾਲ ਹੋ ਗਈ ਜੀ। ਹਾਂਜੀ, ਬੁੱਢੇ ਚਰਨ ਗੁਰੂ ਕੇ ਗਹੇ। ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਫਿਰ ਚਰਨ ਫੜ ਲਏ ਜੀ।
ਹਾਂਜੀ। ਗੁਰ ਬ੍ਰਿਧ ਪਦ ਪਰ ਕਰ ਧਰ ਰਹੇ। ਤੇ ਉਧਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਜੀ ਦੇ ਚਰਨ ਫੜ ਲਏ ਜੀ। ਹਾਂਜੀ, ਬਾਬਾ ਜੀ ਨੇ ਗੁਰੂ ਜੀ ਦੇ ਫੜੇ ਹੋਏ ਆ ਤੇ ਗੁਰੂ ਜੀ ਨੇ ਬਾਬਾ ਜੀ ਦੇ ਫੜੇ ਹੋਏ ਆ ਜੀ। ਹਾਂਜੀ। ਸ਼੍ਰੀ ਨਾਨਕ ਸਮ ਜਾਣਹਿ ਤੁਮਕੋ। ਤੇ ਗੁਰੂ ਹਰਗੋਬਿੰਦ ਸਾਹਿਬ ਪਤਾ ਕੀ ਕਹਿਣ ਲੱਗੇ? ਕਹਿੰਦੇ ਬਾਬਾ ਜੀ ਅਸੀਂ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਜਾਣਦੇ ਆ। ਤੇ ਅੱਗੋਂ ਬਾਬਾ ਬੁੱਢਾ ਜੀ ਕਹਿੰਦੇ ਜੀ ਅਸੀਂ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਹੀ ਸਮਝਦੇ ਆ। ਆਖੋ ਵਾਹਿਗੁਰੂ। ਕਿਉਂ ਜੋਤ ਤੇ ਉਹ ਹੈ ਨਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਅਸੀਂ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਜਾਣਦੇ ਹਾਂ। ਹਾਂਜੀ। ਲਖੋ ਆਪਣੇ ਸੇਵਕ ਹਮਕੋ। ਸਾਨੂੰ ਆਪਣਾ ਸੇਵਕ ਸਮਝੋ, ਗੁਰੂ ਸਾਹਿਬ ਕਹਿ ਰਹੇ ਜੀ। ਸਾਧ ਸੰਗਤ ਜੀ ਬਾਬਾ ਜੀ ਬੜੇ ਵੱਡੇ ਆ, ਬੜੇ ਵੱਡੇ ਆ। ਕੋਈ ਕਹਿਣ ਮਾਤਰ ਗੱਲ ਨਹੀਂ ਹੈਗੀ। ਬੜੀ ਵੱਡੀ ਵਡਿਆਈ ਬਾਬਾ ਬੁੱਢਾ ਜੀ ਦੀ। ਪਰ ਬਾਬਾ ਜੀ ਆਪਣੇ ਆਪ ਨੂੰ ਉਲਟਾ ਨੌਕਰ ਕਹਿੰਦੇ ਹੁੰਦੇ ਸੀਗੇ ਜੀ। ਹਾਂਜੀ। ਤਿਮ ਗੁਰਦਾਸ ਸੰਗ ਗੁਰ ਮਿਲੇ। ਹੁਣ ਬਾਬਾ ਜੀ ਕਹਿਣ ਵੀ ਮਹਾਰਾਜ ਅਸੀਂ ਤੁਹਾਡੇ ਸੇਵਕ ਹਾਂ ਤੇ ਗੁਰੂ ਸਾਹਿਬ ਕਹਿਣ ਬਾਬਾ ਜੀ ਮੈਂ ਤੁਹਾਡਾ ਸੇਵਕ ਹੈਗਾ। ਕਿੰਨਾ ਪਿਆਰ ਜੀ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਜੀ। ਹਾਂਜੀ। ਕੁਸ਼ਲ ਪ੍ਰਸ਼ਨ ਕਰ ਹਿਤ ਸੋ ਭਲੇ। ਬੜੇ ਪਿਆਰ ਨਾਲ ਸੁੱਖ ਸ਼ਾਂਤ ਪੁੱਛੀ ਜੀ ਇੱਕ ਦੂਜੇ ਦੀ। ਹਾਂਜੀ। ਤੀਨੋਂ ਸਿੱਖ ਗੁਰਪਦ ਬੰਦੇ। ਭਾਈ ਜੋਧ ਜੀ, ਅਜੀਤਾ ਜੀ ਤੇ ਜੀਵਾ ਜੀ, ਉਹਨਾਂ ਨੇ ਵੀ ਮਹਾਰਾਜ ਨੂੰ ਮੱਥਾ ਟੇਕਿਆ। ਖੁਸ਼ੀ ਕਰੀ ਸਭ ਬੈਠ ਆਨੰਦੇ। ਸਾਰੇ ਬੈਠ ਗਏ ਜੀ। ਬਹੁਤ ਵਧੀਆ ਮਾਹੌਲ ਬਣ ਗਿਆ ਜੀ। ਹਾਂਜੀ। ਸ਼੍ਰੀ ਗੁਰ ਬ੍ਰਿਧ ਕੋ ਗਹਿ ਕਰ ਹਾਥ। ਹਾਂਜੀ। ਇੱਕ ਆਸਨ ਬੈਠੇ ਲੈ ਸਾਥ। ਆਖੋ ਸਾਰੇ ਸ੍ਰੀ ਵਾਹਿਗੁਰੂ। ਸੰਗਤ ਜੀ ਇਸ ਤਰ੍ਹਾਂ ਹੱਥ 'ਚ ਹੱਥ ਪਾ ਕੇ ਨਾ, ਹੱਥ 'ਚ ਹੱਥ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਤੁਰਦੇ ਜੀ। ਹੱਥ 'ਚ ਹੱਥ ਪਾ ਕੇ ਜੀ। ਹਾਂਜੀ। ਤੇ ਫਿਰ ਜਿਸ ਆਸਣ ਤੇ ਗੁਰੂ ਹਰਗੋਬਿੰਦ ਸਾਹਿਬ ਬੈਠੇ ਨਾ ਜੀ, ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਆਪਣੇ ਨਾਲ ਉਸੇ ਆਸਣ ਤੇ ਬਿਠਾਇਆ ਜੀ। ਹਾਂਜੀ। ਬਚਨ ਬਿਲਾਸ ਮੁਦਤ ਹੋਏ ਕਰੇ। ਬੜੇ ਪਿਆਰ ਨਾਲ ਬਚਨ ਬਿਲਾਸ ਹੋਏ ਜੀ। ਹਾਂਜੀ। ਰਣ ਮਹਿ ਤੁਰਕ ਬ੍ਰਿੰਦ ਹੀ ਮਰੇ। ਦੱਸਿਆ ਵੀ ਰਣ ਖੇਤਰ 'ਚ ਬੜੇ ਤੁਰਕ ਮਰੇ ਐ। ਬੈਠੇ ਜਬ ਹੈ ਤਿਮਰ ਹੋਏ ਆਇਓ। ਤੇ ਬੈਠਿਆਂ ਬੈਠਿਆਂ ਹਨੇਰਾ ਹੋ ਗਿਆ ਜੀ। ਹਾਂਜੀ। ਘਰ ਨਵੀਨ ਜੋ ਗੁਰ ਬਣਵਾਇਓ। ਤੇ ਗੁਰੂ ਸਾਹਿਬ ਨੇ ਜਿਹੜੇ ਨਵੇਂ ਘਰ ਬਣਵਾਏ ਨਾ ਜੀ ਉੱਥੇ ਨਗਰ ਵਿੱਚ, ਤਿਸ ਮਹਿ ਡੇਰਾ ਬ੍ਰਿਧ ਉਤਾਰਾ। ਉਸ ਇੱਕ ਨਵੇਂ ਘਰ 'ਚ ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਜੀ ਦਾ ਆਸਣ ਲਾਓ ਭਾਈ। ਉੱਥੇ ਫਿਰ ਬਾਬਾ ਬੁੱਢਾ ਜੀ ਦਾ ਆਸਣ ਲਾਇਆ ਗਿਆ। ਸਾਦਰ ਜੁਤ ਗੁਰਦਾਸ ਉਦਾਰਾ। ਭਾਈ ਗੁਰਦਾਸ ਜੀ ਦਾ ਡੇਰਾ ਵੀ ਉੱਥੇ ਹੀ ਕਰਵਾਇਆ ਗਿਆ ਜੀ। ਦਾਸਨ ਪ੍ਰਤ ਆਏ ਫੁਰਮਾਈ। ਸੇਵਾ ਕਰੋ ਸਕਲ ਮਨ ਭਾਈ। ਆਖੋ ਵਾਹਿਗੁਰੂ। ਤੇ ਗੁਰੂ ਜੀ ਸਿੱਖਾਂ ਨੂੰ ਕਹਿਣ ਲੱਗੇ ਸਿੱਖੋ ਬਾਬਾ ਬੁੱਢਾ ਜੀ ਆਏ ਇਹਨਾਂ ਦੀ ਸੇਵਾ ਕਰੋ ਕਹਿੰਦੇ। ਹਾਂਜੀ। ਸੁੰਦਰ ਪਲੰਗ ਪੱਠੇ ਤਤਕਾਲਾ। ਖਾਨ ਪਾਨ ਹਿਤ ਅਸਨ ਰਸਾਲਾ। ਬੜੇ ਸੋਹਣੇ ਪਲੰਗੇ ਭੇਜੇ ਮਹਾਰਾਜ ਨੇ। ਛਕਣ ਛਕਾਉਣ ਲਈ ਵਸਤੂਆਂ ਭੇਜੀਆਂ ਜੀ। ਹਾਥ ਜੋਰ ਸੇਵਕ ਭੇਟ ਠਾਂਡੇ। ਤੇ ਸਿੱਖ ਹੱਥ ਜੋੜ ਕੇ ਬਾਬਾ ਬੁੱਢਾ ਜੀ ਦੇ ਲਾਗੇ ਖਲੋਤੇ ਰਹੇ ਜੀ। ਬਾਬਾ ਜੀ ਮੁਖੋਂ ਕੁਝ ਕਹਿਣ ਤੇ ਸੇਵਾ ਕਰੀਏ ਜੀ। ਜਿਮ ਜਿਮ ਕਹਿਓ ਕਰਿਓ ਹਿਤ ਗਾਡੇ। ਜਿਵੇਂ ਜਿਵੇਂ ਕਿਹਾ ਉਵੇਂ ਉਵੇਂ ਸਿੱਖਾਂ ਸੇਵਕਾਂ ਸਾਰਿਆਂ ਨੇ ਕੀਤਾ ਜੀ। ਸਾਦਰ ਸਭ ਸੇਵਾ ਕਰਵਾਈ। ਹਾਂਜੀ। ਸੁਪਤ ਜਥਾ ਸੁਖ ਨਿਸਾ ਬਿਤਾਈ। ਇਸ ਤਰੀਕੇ ਨਾਲ ਰਾਤ ਸਾਰਿਆਂ ਨੇ ਬੜਾ ਸੁੱਖ ਦੇ ਨਾਲ ਬੜੇ ਆਨੰਦ ਨਾਲ ਬਤੀਤ ਕੀਤੀ ਜੀ। ਸਫਲੀ ਕੀਤੀ ਜੀ। ਪ੍ਰਾਤ ਭਏ ਸਲਿਤਾ ਕੇ ਤੀਰ। ਜਾਏ ਸ਼ਨਾਨੈ ਸੌਚ ਸ਼ਰੀਰ। ਆਖੋ ਵਾਹਿਗੁਰੂ। ਵਾਹਿਗੁਰੂ। ਅੰਮ੍ਰਿਤ ਵੇਲਾ ਹੋ ਗਿਆ ਜੀ। ਤੇ ਬਿਆਸ ਦਰਿਆ ਵਿੱਚ ਜਾ ਕੇ ਇਸ਼ਨਾਨ ਕੀਤਾ ਸਾਰਿਆਂ ਨੇ ਜੀ। ਉਹਨਾਂ ਸਮਿਆਂ 'ਚ ਟੂਟੀਆਂ ਤੇ ਹੁੰਦੀਆਂ ਨਹੀਂ ਸੀਗੀਆਂ ਜੀ। ਦਰਿਆਵਾਂ 'ਚ ਹੀ ਜਾ ਕੇ ਇਸ਼ਨਾਨ ਕਰਦੇ ਸੀਗੇ। ਹਾਂਜੀ।
ਜਪ ਆਦਿਕ ਨਿਤ ਨੇਮ ਜੋ ਬਾਣੀ। ਬੜੇ ਹੀ ਪਿਆਰ ਨਾਲ ਗੁਰਸਿੱਖਾਂ ਨੇ ਜਪਜੀ ਸਾਹਿਬ, ਸੁਖਮਨੀ ਸਾਹਿਬ, ਨਿਤਨੇਮ ਦੀਆਂ ਬਾਣੀਆਂ ਦੇ ਪਾਠ ਕੀਤੇ ਜੀ। ਪੜ ਕਰ ਨਦੀ ਕੂਲ ਮਨ ਭਾਨੀ। ਐ ਮਨ ਭਾਉਂਦੀ ਬਾਣੀ ਪੜੀ, ਬੜਾ ਆਨੰਦ ਬਣਿਆ ਜੀ। ਹਾਂਜੀ ਆਏ ਬਾਹਰ ਗੁਰੂ ਗੁਣ ਗਾਵਤ। ਹਾਂਜੀ। ਅਦਭੁਤ ਲੀਲਾ ਜਗ ਦਿਖਰਾਵਤ। ਤੇ ਫਿਰ ਸਾਰੇ ਗੁਰੂ ਜੀ ਦੇ ਗੁਣ ਗਾਉਂਦੇ ਹੋਏ ਉਸ ਪਾਸੇ ਆ ਗਏ ਜਿੱਥੇ ਦੀਵਾਨ ਲੱਗਦਾ ਜੀ। ਬਾਬਾ ਬੁੱਢਾ ਸਾਹਿਬ ਜੀ ਵੀ ਆ ਗਏ ਜੀ। ਸਾਰਿਆਂ ਨੂੰ ਬੜਾ ਚਾਅ, ਇੱਕ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਤੇ ਦੂਜਾ ਬਾਬਾ ਜੀ ਦੇ ਦਰਸ਼ਨ ਜੀ। ਹਾਂਜੀ ਸਨੇ ਸਨੇ ਚਲ ਆਏ ਤਹਾਂ। ਲੱਗਿਓ ਦੀਵਾਨ ਬਿਰਾਜਤ ਜਹਾਂ। ਸਵੇਰ ਦਾ ਦੀਵਾਨ ਸੱਜਿਆ ਜੀ। ਹਾਂਜੀ ਗਹਿ ਕਰ ਕੋ ਗੁਰ ਨਿਕਟ ਬਿਠਾਏ। ਸ਼ਬਦ ਬਿਲਾਵਲ ਆਦ ਜੇ ਗਾਏ। ਬਾਬਾ ਬੁੱਢਾ ਜੀ ਨੂੰ ਮਹਾਰਾਜ ਨੇ ਗੱਦੀ ਤੇ ਬਿਠਾਇਆ ਜੀ ਨਾਲ ਜੀ। ਬਿਲਾਵਲ ਦੀ ਚੌਂਕੀ ਦਾ ਕੀਰਤਨ ਹੋਇਆ ਜੀ। ਹਾਂਜੀ ਸੁਨ ਹੈ ਰਬਾਬੀ ਤੇ ਆਨੰਦ ਹੈ। ਰਬਾਬੀ ਬੜੇ ਹੀ ਪਿਆਰ ਨਾਲ ਕੀਰਤਨ ਕਰਦੇ, ਬੜਾ ਆਨੰਦ ਬਣਿਆ ਜੀ। ਆਏ ਅਨਿਕ ਨਰ ਗੁਰ ਪਗ ਬੰਦ ਹੈ। ਬਹੁਤ ਸਾਰੀਆਂ ਸੰਗਤਾਂ ਨੇ ਆ ਕੇ ਗੁਰੂ ਜੀ ਨੂੰ ਮੱਥਾ ਟੇਕਿਆ। ਕਿਤਕ ਸਮਾਂ ਜਬ ਬੈਠ ਬਿਤਾਵਾ। ਕੁਝ ਕੁ ਸਮਾਂ ਹੋ ਗਿਆ ਨਾ ਜੀ ਉੱਥੇ ਬੈਠੇ ਆ ਜੀ। ਹਾਂਜੀ ਮੇਧਾਵੀ ਕਾਰੀਗਰ ਆਵਾ। ਤੇ ਮੇਧਾਵੀ ਕਾਰੀਗਰ ਆਇਆ ਜੀ। ਇਹ ਅਸਲ ਚ ਕੌਣ ਹੈ? ਹਾਂਜੀ ਇਹ ਵਿਸ਼ਕਰਮਾ ਜੀ ਨੇ ਜੀ। ਇਹ ਮਹਾਰਾਜ ਦੇ ਕੋਲ ਆਏ ਜੀ। ਹਾਂਜੀ ਹਾਥ ਜੋੜ ਕਰ ਬਾਕ ਉਚਾਰਾ। ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਇਹਨਾਂ ਨੇ। ਮਹਾਰਾਜ ਬਹੁਕਾਰ ਸੁਧਾਰਾ। ਮਹਾਰਾਜ ਸੱਚੇ ਪਾਤਸ਼ਾਹ ਲਗਭਗ ਸੇਵਾ ਹੋ ਗਈ ਨਗਰ ਦੀ। ਬਹੁਤ ਸਾਰਾ ਕਾਰਜ ਜਿਹੜਾ ਉਹ ਹੋ ਗਿਆ। ਹਾਂਜੀ ਫਿਰ ਹੋ ਨਗਰ ਅਵਲੋਕਨ ਕੀਜੈ। ਕਿਰਪਾ ਕਰੋ ਸਾਰੇ ਪਿੰਡ ਵਿੱਚ ਨਗਰ ਚ ਚਰਨ ਪਾਓ ਤੇ ਵੇਖੋ ਮਹਾਰਾਜ। ਸਿੱਖਨ ਕੀ ਸੇਵਾ ਸਫਲੀਜੈ। ਤੁਸੀਂ ਵੇਖੋਗੇ ਸਾਡੀ ਸੇਵਾ ਸਫਲੀ ਹੋ ਜਾਏਗੀ ਜੀ। ਚੇਤਾ ਰੱਖਿਓ, ਬੰਦਾ ਜੋ ਮਰਜ਼ੀ ਕੰਮ ਕਰੀ ਜਾਵੇ, ਜਿੰਨਾ ਚਿਰ ਤੱਕ ਗੁਰੂ ਜੀ ਵੇਖਦੇ ਨਹੀਂ ਕੰਮ ਸਫਲਾ ਨਹੀਂ ਹੁੰਦਾ ਜੀ। ਹਾਂ ਮਹਾਰਾਜ ਗੁਪਤ ਵੇਖ ਲੈਣ, ਪ੍ਰਗਟ ਵੇਖ ਲੈਣ, ਇਹ ਮਹਾਰਾਜ ਦੀ ਮਰਜ਼ੀ ਹੈਗੀ ਹੈ ਜੀ। ਹਾਂਜੀ ਬ੍ਰਿਧ ਗੁਰਦਾਸ ਲੀਏ ਨਿਜ ਸਾਥ। ਮਹਾਰਾਜ ਕਹਿਣ ਲੱਗੇ ਬਹੁਤ ਵਧੀਆ ਗੱਲ ਹੈ। ਬਾਬਾ ਜੀ ਨੂੰ ਨਾਲ ਲਿਆ, ਭਾਈ ਗੁਰਦਾਸ ਜੀ ਨੂੰ ਨਾਲ ਲਿਆ, ਗਮਨੇ ਅਪਰ ਸੰਗ ਸਭ ਨਾਥ। ਬਾਬਾ ਬਿਧੀ ਚੰਦ ਜੀ, ਹੋਰ ਸਾਰੀਆਂ ਸਿੱਖ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਨਾਲ ਤੁਰਨ ਲੱਗ ਪਏ। ਪੁਰ ਪ੍ਰਵੇਸ਼ ਹੋਏ ਹਿਰਨ ਲਾਗੇ। ਨਗਰ ਦੇ ਵਿੱਚ ਪ੍ਰਵੇਸ਼ ਹੋਏ, ਸਾਰੇ ਘਰ ਵੇਖਣ ਲੱਗ ਪਏ, ਗਲੀਆਂ ਬਾਜ਼ਾਰ ਖੂਹ ਸਭ ਵੇਖਣ ਲੱਗ ਪਏ। ਸਤਿਗੁਰ ਜਾਤ ਬਤਾਵਤ ਆਗੇ। ਮਹਾਰਾਜ ਅੱਗੇ ਅੱਗੇ ਬੋਲਦੇ ਦੱਸ ਰਹੇ ਆ, ਆ ਭਾਈ ਘਰ ਬਣਾਇਆ, ਆ ਗਲੀ ਹੈ, ਆ ਖੂਹ ਬਣਾਇਆ। ਹਾਂਜੀ ਲਘੂ ਦੀਰਘ ਬੀਥੀ ਜੇ ਬਣਾਈ। ਛੋਟੀਆਂ ਗਲੀਆਂ ਵੀ ਨੇ ਤੇ ਵੱਡੀਆਂ ਗਲੀਆਂ ਵੀ ਨੇ। ਮਹਾਰਾਜ ਨੇ ਸਾਰੀਆਂ ਗਲੀਆਂ 'ਚ ਚਰਨ ਪਾਏ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਉਸ ਨਗਰ 'ਚ ਜਾਓ ਥੋੜਾ ਤੁਰਨਾ ਪਵੇ ਤੇ ਧੰਨ ਭਾਗ ਜੀ। ਕਿਉਂ? ਇਹ ਉਹ ਗਲੀਆਂ ਜਿੱਥੇ ਸਾਡੇ ਗੁਰੂ ਜੀ ਨੇ ਚਰਨ ਪਾਏ ਨੇ ਜੀ, ਬਾਬਾ ਬੁੱਢਾ ਜੀ ਨੇ ਚਰਨ ਪਾਏ ਹੈ। ਹਾਂਜੀ ਮੇਧਾਵੀ ਤਬ ਸਰਬ ਦਿਖਾਈ। ਉਹ ਮੇਧਾਵੀ ਨੇ ਫਿਰ ਸਾਰਾ ਕੁਝ ਹੀ ਵਿਖਾਇਆ ਜੀ। ਹਾਂਜੀ ਮੰਦਰ ਜਿਸ ਵਿਧ ਕੇ ਸ਼ੁਭ ਨੀਕ। ਹਾਂਜੀ ਸਨੇ ਸਨੇ ਗਮਨੇ ਸਭ ਚੀਨ। ਜਿਹੋ ਜੇ ਵਧੀਆ ਸੋਹਣੇ ਘਰ ਬਣਾਏ ਸੀ, ਸਹਿਜੇ ਸਹਿਜੇ ਉਹ ਸਾਰੇ ਵਿਖਾਏ ਜੀ। ਹਾਂਜੀ ਸਕਲ ਬੀਥਿਕਾ ਮਹਿ ਫਿਰ ਆਏ। ਤੇ ਜਿਉਂ ਲੱਗੇ ਚੈੱਕ ਕਰਨ ਵਾਸਤੇ ਸਾਰੀਆਂ ਗਲੀਆਂ 'ਚ ਮਹਾਰਾਜ ਨੇ ਚਰਨ ਪਾਏ ਜੀ। ਆਖੋ ਵਾਹਿਗੁਰੂ। ਸਭ ਗਲੀਆਂ ਦੇ ਵਿੱਚ ਗੁਰੂ ਜੀ ਨੇ, ਬਾਬਾ ਜੀ ਨੇ, ਸੰਗਤਾਂ ਨੇ ਚਰਨ ਪਾਏ ਜੀ। ਹਾਂਜੀ ਖਰੇ ਮਸੀਤ ਭਈ ਜਿਸ ਥਾਏ। ਤੇ ਜਿਸ ਜਗ੍ਹਾ ਮਸੀਤ ਬਣਾਈ ਹੈ ਨਾ, ਮਹਾਰਾਜ ਉਸ ਜਗ੍ਹਾ ਖਲੋ ਗਏ ਜੀ। ਆਖੋ ਵਾਹਿਗੁਰੂ। ਜਾ ਕੇ ਦਰਸ਼ਨ ਕਰਿਓ ਗੁਰੂ ਕੀ ਮਸੀਤ ਦੇ। ਹਾਂਜੀ ਤਬ ਗੁਰਦਾਸ ਪੁੱਛਿਓ ਕਰਿਓ। ਭਾਈ ਗੁਰਦਾਸ ਜੀ ਮਹਾਰਾਜ ਨੂੰ ਬੇਨਤੀ ਕਰਨ ਲੱਗੇ, ਇਹ ਤੋ ਅਦਭੁਤ ਕਰਮ ਨਿਹਰਿਓ। ਸੱਚੇ ਪਾਤਸ਼ਾਹ ਆਪ ਜੀ ਨੇ ਮਸੀਤ ਬਣਾਈ ਹੈ, ਇਹ ਤੇ ਬੜਾ ਅਦਭੁਤ ਕਰਮ ਹੈ। ਹਾਂਜੀ ਰਾਵਰ ਨੇ ਮਸੀਤ ਚਿਨਵਾਈ।
ਇਹ ਕਿਆ ਕਾਰਨ ਦੇਹੋ 부ਝਾਈ। ਮਸੀਤ ਬਣਵਾਉਣ ਦਾ ਮਹਾਰਾਜ ਕੀ ਕਾਰਨ ਹੈ, ਇਹ ਕਿਰਪਾ ਕਰਕੇ ਦੱਸੋ। ਹਾਂਜੀ। ਤਬ ਘੇਰੜ ਕੋ ਸਕਲ ਪ੍ਰਸੰਗ। ਫਿਰ ਮਹਾਰਾਜ ਨੇ ਘੇਰੜ ਦੀ ਸਾਰੀ ਗੱਲ ਦੱਸੀ ਵੀ ਘੇਰੜ ਸਾਨੂੰ ਬੁਰਾ ਬੋਲਦਾ ਸੀਗਾ, ਉਹ ਧੱਕੇ ਨਾਲ ਹੀ ਆ ਸਾਰੀ ਜ਼ਮੀਨ ਮੱਲੀ ਬੈਠਾ ਸੀ, ਇਹ ਉਹਦਾ ਘਰ ਸੀਗਾ। ਸਾਰੀ ਗੱਲ ਮਹਾਰਾਜ ਨੇ ਦੱਸੀ ਜੀ। ਕਰਿਓ ਸੁਨਾਵਨ ਸੋ ਸਰਬੰਗ। ਹਾਂਜੀ। ਬ੍ਰਿਧ ਆਦਿਕ ਹਰਖੇ ਸੁਨ ਸੁਨ ਕੇ। ਤੇ ਅਸੀਂ ਹੁਣ ਉਹਦੀ ਥਾਂ ਦੇ ਉੱਤੇ ਮਸੀਤ ਬਣਾ ਦਿੱਤੀ। ਜੇ ਤੁਰਕ ਆਉਣਗੇ ਵੀ ਘੇਰੜ ਦਾ ਘਰ ਵਸਾਉਣਗੇ ਤੇ ਪਹਿਲਾਂ ਮਸੀਤ ਢਾਉਣਗੇ ਨਾ, ਤੇ ਮਸੀਤ ਢਾ ਨਹੀਂ ਸਕਦੇ ਤੁਰਕ। ਇਹ ਸਾਰੀ ਗੱਲ ਦੱਸੀ ਬਾਬਾ ਜੀ, ਭਾਈ ਗੁਰਦਾਸ ਜੀ ਸਾਰੇ ਬੜੇ ਖੁਸ਼ ਹੋਏ ਸੁਣ ਕੇ ਜੀ। ਹਾਂਜੀ। ਬਹੁ ਚਾਤੁਰਤਾ ਗੁਰ ਕੀ ਉਰ ਧਰ। ਵੇਖਿਆ ਵੀ ਮਹਾਰਾਜ ਬੜੇ ਸਿਆਣੇ ਆ। ਆਖੋ ਵਾਹਿਗੁਰੂ। ਮਹਾਰਾਜ ਬਹੁਤ ਸਿਆਣੇ ਨੇ ਸੱਚੇ ਪਾਤਸ਼ਾਹ। ਹਾਂਜੀ। ਕਾਰਨ ਰਣ ਕੋ ਇਸਤੇ ਭਇਓ। ਵੇ ਘੇਰੜ ਤੋਂ ਹੀ ਜੰਗ ਆਰੰਭ ਹੋਈ ਸੀਗੀ ਜੀ ਉੱਥੇ। ਹਾਂਜੀ। ਜਿਸ ਤੇ ਬ੍ਰਿੰਦ ਤੁਰਕ ਰਿਪ ਛਇਓ। ਉਹਦੇ ਕਰਕੇ ਹੀ ਤੁਰਕ ਮਰੇ ਜੀ, ਤੇ ਮਹਾਰਾਜ ਨੇ ਫਿਰ ਤੁਰਕਾਂ ਦਾ ਹੀ ਧਾਰਮਿਕ ਸਥਾਨ ਬਣਵਾ ਦਿੱਤਾ ਜੀ। ਹਾਂਜੀ। ਸਕਲ ਨਗਰ ਕੋ ਫਿਰੇ ਨਿਹਾਰਾ। ਬਹੁ ਜਸ ਤਬ ਗੁਰਦਾਸ ਉਚਾਰਾ। ਤੇ ਫਿਰ ਸਾਰਾ ਹੀ ਨਗਰ ਫਿਰੇ ਜੀ, ਚਰਨ ਪਾਏ। ਭਾਈ ਗੁਰਦਾਸ ਜੀ ਨੇ ਬੜੀ ਸਿਫਤ ਕੀਤੀ ਜੀ ਉਸ ਨਗਰ ਦੀ। ਹਾਂਜੀ। ਬ੍ਰਿਧ ਆਦਿਕ ਪੁਰ ਅਧਿਕ ਸਰਾਹਾ। ਬਾਬਾ ਬੁੱਢਾ ਜੀ ਨੇ ਵੀ ਬੜੀ ਤਾਰੀਫ ਕੀਤੀ। ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਬਹੁਤ ਸੋਹਣਾ ਨਗਰ ਹੈਗਾ। ਹਾਂਜੀ। ਰਚਿਓ ਰੁਚਿਰ ਸ਼ੁਭ ਸਲਿਤਾ ਪਾਹਾ। ਹਾਂਜੀ। ਉੱਚੇ ਥਲ ਬੜ ਸੈਲ ਹੁਵੰਤੀ। ਬਸਹਿ ਪ੍ਰਜਾ ਬਹੁ ਮੋਦ ਭਵੰਤੀ। ਕਰਤ ਸਰਾਹਨ ਕੋ ਚਲ ਆਏ। ਬੈਠੇ ਸਤਿਗੁਰ ਹਰਖ ਉਪਾਏ। ਤੇ ਤਾਰੀਫਾਂ ਕਰਦੇ ਹੋਏ ਨਗਰ ਦੀਆਂ ਉਸ ਜਗ੍ਹਾ ਆ ਗਏ ਜਿੱਥੇ ਦੀਵਾਨ ਲੱਗਾ ਹੈਗਾ ਜੀ। ਹਾਂਜੀ। ਵਿਧੀ ਚੰਦ ਬੋਲਿਓ ਤਿਸ ਕਾਲਾ। ਤੇ ਹੁਣ ਵੇਖਿਓ ਸਿਆਣੇ ਬੰਦੇ ਸਿਆਣੀ ਗੱਲ ਹੀ ਕਰਦੇ ਆ। ਆਖੋ ਵਾਹਿਗੁਰੂ। ਫੇਰ ਆਖੋ ਵਾਹਿਗੁਰੂ। ਔਰ ਗੱਲ ਕਿਹੜੇ ਮੌਕੇ ਤੇ ਕਰਨੀ, ਇਹ ਵੀ ਗੱਲ ਹੁੰਦੀ ਹੈ ਜੀ। ਸਿਆਣੇ ਬੰਦੇ ਗੱਲ ਮੌਕੇ ਤੇ ਕਰਦੇ ਆ, ਬੜੀ ਵਧੀਆ ਗੱਲ ਕਰਦੇ ਆ। ਬਾਬਾ ਬਿਧੀ ਚੰਦ ਜੀ ਨੇ ਫਿਰ ਗੱਲ ਕੀਤੀ ਜੀ। ਇਹ ਗੁਰਪੁਰ ਨਿਤ ਬਸ ਹੈ ਵਿਸਾਲਾ। ਇਹ ਮਹਾਰਾਜ ਇਹ ਨਗਰੀ ਤੁਹਾਡੀ ਹੈ, ਇਹਨੇ ਰੋਜ਼ ਵਧਣਾ ਫੁੱਲਣਾ, ਇਹ ਨਗਰੀ ਬੜੀ ਵਸਣੀ ਹੈ। ਹਾਂਜੀ। ਅਬ ਲਓ ਨਾਮ ਨਹੀਂ ਕੁਛ ਧਰਿਓ। ਪਰ ਮਹਾਰਾਜ ਅਜੇ ਦਾ ਨਾਮ ਨਹੀਂ ਰੱਖਿਆ ਕਿਸੇ ਦੇ। ਹਾਂਜੀ। ਪ੍ਰਥਮ ਨਾਮ ਕੋ ਨਾਸ਼ਨ ਕਰਿਓ। ਪਹਿਲਾ ਨਾਮ ਖਤਮ ਕਰ ਦਿੱਤਾ ਤੁਸੀਂ, ਰੋਹੇਲਾ ਹੀ ਪਹਿਲਾ ਨਾਮ ਜੀ। ਪਰ ਮਹਾਰਾਜ ਨਵਾਂ ਨਾਮ ਕੀ ਹੈ? ਹਾਂਜੀ। ਬਾਤ ਸਮੇਂ ਸਿਰ ਭਾਖਨ ਕਰੀ। ਵੇਖਿਆ ਸਮੇਂ ਤੇ ਗੱਲ ਕੀਤੀ ਬਾਬਾ ਬਿਧੀ ਚੰਦ ਜੀ ਨੇ, ਟਾਈਮ ਦੇ ਉੱਤੇ ਗੱਲ ਕੀਤੀ ਜੀ। ਹਾਂਜੀ। ਗੁਰੂ ਖੁਸ਼ੀ ਬਹੁ ਤਿਸ ਪਰ ਧਰੀ। ਮਹਾਰਾਜ ਬਾਬਾ ਜੀ ਤੇ ਬੜੇ ਖੁਸ਼ ਹੋਏ। ਮਹਾਰਾਜ ਕਹਿੰਦੇ ਬਾਬਾ ਜੀ ਬੜੀ ਵਧੀਆ ਗੱਲ ਕੀਤੀ ਹੈ, ਸਮੇਂ ਦੇ ਨਾਲ ਕੀਤੀ ਹੈ। ਮੁਸਕਾਵਤ ਮੁਖ ਬਾਕ ਬਖਾਨਾ। ਤੇ ਮਹਾਰਾਜ ਮੁਸਕਰਾਉਂਦੇ ਹੋਏ ਬਚਨ ਕਰਨ ਲੱਗੇ ਜੀ। ਬ੍ਰਿਧ ਸਾਹਿਬ ਜੀ ਬੜੇ ਸੁਜਾਨਾ। ਮਹਾਰਾਜ ਕਹਿਣ ਲੱਗੇ ਸਾਡੇ ਸਾਰਿਆਂ ਵਿੱਚ ਸਭ ਤੋਂ ਸਿਆਣੇ ਬਾਬਾ ਬੁੱਢਾ ਜੀ ਹਨ। ਪੁਰ ਕੋ ਨਾਮ ਧਰੇਂਗੇ ਇਹੀ। ਤੇ ਨਗਰ ਦਾ ਨਾਮ ਤੇ ਬਾਬਾ ਬੁੱਢਾ ਜੀ ਰੱਖਣਗੇ। ਕਹਿੰਦੇ ਬਾਬਾ ਜੀ ਨਾਮ ਰੱਖਣ ਨਗਰ ਦਾ। ਜਗ ਮਹਿ ਬਿਥਰ ਹੈ ਸਦਾ ਰਹੇ ਹੀ। ਜਗਤ ਵਿੱਚ ਉਹੋ ਹੀ ਨਾਮ ਰਹੇਗਾ ਤੇ ਸਦਾ ਫੈਲਿਆ ਰਹੇਗਾ। ਬੜੀ ਦੂਰ ਦੂਰ ਤੱਕ ਇਹ ਨਾਮ ਪ੍ਰਸਿੱਧ ਹੋਏਗਾ। ਹਾਂਜੀ। ਸੁਨ ਬ੍ਰਿਧ ਨੇ ਸਭ ਬਿਕੈ ਸੁਨਾਇਓ। ਤੇ ਸੁਣ ਕੇ ਨਾ ਜੀ ਬਾਬਾ ਬੁੱਢਾ ਜੀ ਕਹਿਣ ਲੱਗੇ ਸ੍ਰੀ ਅੰਮ੍ਰਿਤਸਰ ਪ੍ਰਥਮ ਬਸਾਇਓ। ਸੱਚੇ ਪਾਤਸ਼ਾਹ ਪਹਿਲਾਂ ਅੰਮ੍ਰਿਤਸਰ ਵਸਿਆ। ਅੰਮ੍ਰਿਤਸਰ। ਹਾਂਜੀ। ਰਾਵਰ ਕੇਰ ਪਿਤਾਮਾ ਜੋਈ। ਆਪ ਜੀ ਦੇ ਦਾਦਾ ਜੀ ਨੇ ਵਸਾਇਆ ਮਹਾਰਾਜ ਗੁਰੂ ਰਾਮਦਾਸ ਜੀ ਨੇ ਜੀ। ਹਾਂਜੀ। ਜਿਸ ਕੋ ਜਸ ਗਾਵਤ ਸਭ ਕੋਈ। ਹਰ ਕੋਈ ਅੰਮ੍ਰਿਤਸਰ ਨਗਰ ਦੀ ਤਾਰੀਫ ਕਰਦਾ ਮਹਾਰਾਜ। ਸ੍ਰੀ ਅਰਜਨ ਤੁਮ ਪਿਤਾ ਸੁਜਾਨਾ। ਫਿਰ ਆਪ ਜੀ ਦੇ ਪਿਤਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਆਖੋ ਸਾਰੇ ਜੋ ਬਹੁਤ ਸਿਆਣੇ ਹਨ। ਹਾਂਜੀ। ਤਿਨਹੋ ਨਾਮ ਪਰ ਨਾਮ ਬਖਾਨਾ। ਸੱਚੇ ਪਾਤਸ਼ਾਹ ਉਹਨਾਂ ਨੇ
ਅੰਮ੍ਰਿਤਸਰ ਦਾ ਨਾਮ, ਅੰਮ੍ਰਿਤ ਸਰੋਵਰ ਵਾਲੇ ਨਗਰ ਦਾ ਨਾਮ ਆਪ ਜੀ ਦੇ ਪਿਤਾ ਜੀ ਦੇ ਨਾਮ ਤੇ ਰੱਖਿਆ, ਰਾਮਦਾਸਪੁਰ। ਬਾਣੀ 'ਚ ਇਹ ਨਾਮ ਹੁੰਦਾ ਜੀ। ਅਸਲ 'ਚ ਜਿਹੜਾ ਅੰਮ੍ਰਿਤਸਰ ਹੈ ਨਾ, ਇਹ ਹੈਗਾ ਸਰੋਵਰ ਦਾ ਨਾਮ ਜੀ। ਸਰੋਵਰ ਦੇ ਨਾਮ ਉੱਤੇ ਸਾਡੇ ਸ਼ਹਿਰ ਦਾ ਨਾਮ ਹੁਣ ਪੈ ਗਿਆ। ਪਹਿਲਾ ਨਗਰ ਹੈ ਰਾਮਦਾਸਪੁਰ। ਬਾਣੀ 'ਚ ਜ਼ਿਕਰ ਆਉਂਦਾ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਗੁਰੂ ਰਾਮਦਾਸ ਜੀ ਦੇ ਨਾਮ ਦੇ ਉੱਤੇ ਮਹਾਰਾਜ ਤੁਹਾਡੇ ਦਾਦਾ ਜੀ ਨੇ ਵਸਾਇਆ, ਆਪ ਜੀ ਦੇ ਪਿਤਾ ਜੀ ਨੇ ਗੁਰੂ ਰਾਮਦਾਸ ਜੀ ਦੇ ਨਾਮ ਤੇ ਉਸ ਨਗਰੀ ਦਾ ਨਾਮ ਰੱਖਿਆ ਜੀ। ਹਾਂਜੀ, ਰਾਮਦਾਸਪੁਰ ਨਾਮ ਧਰਿਓ ਹੈ, ਨਾਮ ਰੱਖਿਆ ਰਾਮਦਾਸਪੁਰ। ਹਾਂਜੀ, ਗੁਰੂ ਗ੍ਰੰਥ ਮਹਿ ਲਿਖਨ ਕਰਿਓ ਹੈ। ਤੇ ਬਾਬਾ ਬੁੱਢਾ ਜੀ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਨਾਮ ਆ ਗਿਆ ਜੀ। ਹਾਂਜੀ, ਗੁਰੂ ਜੀ ਨੇ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਨਾਮ ਆਇਆ। ਤੇ ਵਸਦੀ ਸਗਨ ਅਪਾਰ ਅਨੂਪ ਰਾਮਦਾਸ, ਅਨੂਪ ਰਾਮਦਾਸਪੁਰ। ਹਾਂਜੀ, ਬਿਦਤ ਜਗਤ ਮਹਿ ਜਾਣੈ ਸਾਰੇ, ਸਾਰਾ ਜਗਤ ਰਾਮਦਾਸਪੁਰ ਨੂੰ ਜਾਣਦਾ ਹੈ। ਹਾਂਜੀ, ਕਰਿਓ ਆਪਨੇ ਤਿਸੀ ਪ੍ਰਕਾਰੇ। ਤੁਸੀਂ ਵੀ ਹੁਣ ਉਸੇ ਤਰ੍ਹਾਂ ਨਗਰ ਵਸਾਇਆ ਮਹਾਰਾਜ। ਤੇ ਮਹਾਰਾਜ ਨਾਮ ਮੈਂ ਤਾਂ ਦੱਸਣਾ ਜੇ ਮਨਾ ਨਹੀਂ ਕਰੋਗੇ ਤੇ। ਮਹਾਰਾਜ ਕਹਿਣ ਲੱਗੇ ਅਸੀਂ ਮਨਾ ਨਹੀਂ ਕਰਦੇ, ਤੁਸੀਂ ਰੱਖੋ ਨਾਮ। ਹਾਂਜੀ, ਤਿਸੀ ਰੀਤ ਹੀ ਹੋਏ ਅਬਿਰਾਮੂ। ਸੱਚੇ ਪਾਤਸ਼ਾਹ ਫਿਰ ਮਨਾ ਨਾ ਕਰਿਓ। ਮਹਾਰਾਜ ਕਹਿੰਦੇ ਬਾਬਾ ਜੀ ਅਸੀਂ ਤੁਹਾਨੂੰ ਮਨਾ ਕਰ ਸਕਦੇ ਹਾਂ? ਕਹਿੰਦੇ ਫਿਰ ਮਹਾਰਾਜ ਗੁਰੂ ਰਾਮਦਾਸ ਜੀ ਨੇ ਵਸਾਇਆ ਨਗਰ, ਗੁਰੂ ਅਰਜਨ ਦੇਵ ਜੀ ਨੇ ਰਾਮਦਾਸਪੁਰ ਨਾਮ ਰੱਖਿਆ। ਹਾਂਜੀ, ਸ੍ਰੀ ਹਰਗੋਬਿੰਦਪੁਰ ਸ਼ੁਭ ਨਾਮੂ। ਤੇ ਮਹਾਰਾਜ ਇਹ ਨਗਰ ਵਸਾਇਆ ਤੁਸਾਂ, ਤੇ ਨਾਮ ਰੱਖਣ ਦਾ ਹੁਕਮ ਮੈਨੂੰ ਕਰ ਦਿੱਤਾ। ਸੱਚੇ ਪਾਤਸ਼ਾਹ ਜਿੱਥੇ ਮੇਰਾ ਹਰਗੋਬਿੰਦ ਆ ਕੇ ਬੈਠੇ ਉਹ ਸ੍ਰੀ ਹਰਗੋਬਿੰਦਪੁਰ ਹੀ ਹੈ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ ਚੇਤਾ ਰੱਖਿਓ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਵੀ ਬਾਬਾ ਬੁੱਢਾ ਜੀ ਨੇ ਧਰਿਆ ਸੀਗਾ ਜੀ। ਹਾਂਜੀ, ਚੌੜਾ ਮੱਥਾ ਵੇਖਿਆ, ਗੋਦ ਚ ਲਿਆ, ਕਹਿਣ ਲੱਗੇ ਇਹ ਤਾਂ ਮੇਰਾ ਹਰਗੋਬਿੰਦ ਹੈ। ਤੇ ਅੱਜ ਨਗਰ ਦਾ ਨਾਮ ਵੀ ਬਾਬਾ ਬੁੱਢਾ ਜੀ ਨੇ ਰੱਖਿਆ ਸ੍ਰੀ ਹਰਗੋਬਿੰਦਪੁਰ। ਹਾਂਜੀ, ਸ੍ਰੀ ਨਾਨਕ ਰਚਪੁਰ ਕਰਤਾਰਾ। ਕਹਿਣ ਲੱਗੇ ਜੀ ਗੁਰੂ ਨਾਨਕ ਸਾਹਿਬ ਨੇ ਰਚਿਆ ਨਗਰ, ਕਰਤਾਰ ਦੇ ਨਾਮ ਤੇ ਨਾਮ ਰੱਖਿਆ, ਕਰਤਾਰਪੁਰ, ਜਿਹਨੂੰ ਪਾਕਿਸਤਾਨ ਵਾਲਾ ਆਪਾਂ ਕਹਿੰਦੇ ਜੀ। ਹਾਂਜੀ, ਬਿਬ ਗੁਰ ਕਰੀ ਖਡੂਰ ਉਦਾਰਾ। ਦੂਸਰੇ ਪਾਤਸ਼ਾਹ ਨੇ ਨਗਰ ਵਸਾਇਆ, ਉਹਦਾ ਨਾਮ ਖਡੂਰ ਸਾਹਿਬ ਹੋ ਗਿਆ ਜੀ। ਹਾਂਜੀ, ਗੋਇੰਦਵਾਲ ਬਸਾਇਓ ਤੀਜੇ। ਤੇ ਤੀਸਰੇ ਪਾਤਸ਼ਾਹ ਨੇ ਨਗਰ ਵਸਾਇਆ, ਉਹਦਾ ਨਾਮ ਹੋ ਗਿਆ ਗੋਇੰਦਵਾਲ। ਹਾਂਜੀ, ਰਾਮਦਾਸਪੁਰ ਚਤੁਰਥ ਥੀਜੇ। ਤੇ ਚੌਥੇ ਪਾਤਸ਼ਾਹ ਨੇ ਨਗਰ ਵਸਾਇਆ, ਉਸ ਨਗਰ ਦਾ ਨਾਮ ਹੋ ਗਿਆ ਰਾਮਦਾਸਪੁਰ। ਹਾਂਜੀ, ਸ੍ਰੀ ਕਰਤਾਰਪੁਰਾ ਵਿੱਚ ਦੁਆਬੇ। ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਜੀ ਗੁਰੂ ਅਰਜਨ ਸਾਹਿਬ ਜੀ ਨੇ ਨਗਰ ਵਸਾਇਆ, ਉਹਦਾ ਨਾਮ ਵੀ ਕਰਤਾਰਪੁਰ ਹੀ ਰੱਖਿਆ, ਦੁਆਬੇ ਦੇ ਵਿੱਚ ਜੀ। ਹਾਂਜੀ, ਸ੍ਰੀ ਗੁਰ ਅਰਜਨ ਕੀਨ ਅਜਾਬੇ। ਹਾਂਜੀ, ਸ੍ਰੀ ਹਰਗੋਬਿੰਦਪੁਰ ਤੁਮ ਕੀਨੋ। ਤੇ ਮਹਾਰਾਜ ਹੁਣ ਤੁਹਾਂ ਵੀ ਨਗਰ ਵਸਾਇਆ ਤੇ ਉਹਦਾ ਨਾਮ ਹੋ ਗਿਆ ਸ੍ਰੀ ਹਰਗੋਬਿੰਦਪੁਰ। ਪਹਿਲਾ ਹੀ ਗੁਰੂਆਂ ਵਾਲਾ ਹੀ ਕਾਰਜ ਹੋ ਗਿਆ ਜੀ, ਹਰ ਗੁਰੂ ਜੀ ਨੇ ਨਗਰ ਵਸਾਇਆ ਜੀ। ਹਾਂਜੀ, ਮੈਂ ਨਿਜ ਮਨ ਮੈਂ ਹੈ ਇਸ ਬਿਦ ਚੀਨੋ। ਮੈਂ ਤੇ ਇਹੋ ਹੀ ਸੋਚਦਾ ਮਹਾਰਾਜ ਆਪਣੇ ਮਨ 'ਚ। ਹਾਂਜੀ, ਸੁਨ ਗੁਰ ਆਦ ਸਭਾ ਜੇ ਸਾਰੀ। ਹਾਂਜੀ, ਬ੍ਰਿਧ ਕੋ ਧਨ ਹੈ ਧਨ ਉਚਾਰੀ। ਤੇ ਨਾਲ ਹੀ ਭਾਈ ਗੁਰਦਾਸ ਜੀ ਤੇ ਬਾਬਾ ਬਿਧੀ ਚੰਦ ਤੇ ਗੁਰੂ ਹਰਗੋਬਿੰਦ ਸਾਹਿਬ ਸਾਰੇ ਕਹਿਣ ਲੱਗੇ ਬਾਬਾ ਬੁੱਢਾ ਜੀ ਤੁਸੀਂ ਧੰਨ ਹੋ, ਕਹਿਣ ਲੱਗੇ ਹੈ ਐਡਾ ਵਧੀਆ ਨਾਮ ਰੱਖਿਆ। ਤੇ ਸੰਗਤ ਜੀ ਜਦੋਂ ਇਹੋ ਜਿਹਾ ਬਚਨ ਆਉਂਦਾ, ਵੇਖੋ ਗੁਰੂ ਜੀ ਕਹਿ ਰਹੇ, ਸਿੱਖ ਕਹਿ ਰਹੇ ਆ, ਸਾਨੂੰ ਤਾਂ ਆਪੇ ਹੀ ਕਹਿ ਦੇਣਾ ਚਾਹੀਦਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਗੱਜ ਕੇ ਕਹੋ ਸਾਰੇ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਇੱਕ ਵਾਰੀ ਹੋਰ ਗੱਜ ਕੇ ਕਹਿ ਦਿਓ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਸਾਰੇ ਬਾਬਾ ਜੀ ਨੂੰ ਧੰਨ ਧੰਨ ਕਹਿਣ ਲੱਗ ਪਏ। ਮੇਰਾ ਜੀ ਕਰਦਾ ਇੱਕ ਵਾਰੀ ਹੋਰ ਕਹਿ ਦਈਏ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ।
ਹਾਂਜੀ। ਸਭ ਮਹਿ ਪ੍ਰਗਟ ਨਾਮ ਤਬ ਹੋਵਾ। ਇਹ ਨਾਮ ਫਿਰ ਸਾਰਿਆਂ ਚ ਨਗਰ ਦਾ ਪ੍ਰਗਟ ਹੋ ਗਿਆ, ਸ੍ਰੀ ਗੁਰੂ ਹਰਗੋਬਿੰਦਪੁਰ। ਆਪਾਂ ਸਿੱਧਾ ਕਹਿ ਦਿੰਦੇ ਸ੍ਰੀ ਹਰਗੋਬਿੰਦਪੁਰ। ਹਾਂਜੀ। ਸਗਰੇ ਆਨੰਦ ਧਰ ਕਰ ਜੋਵਾ। ਸਾਰਿਆਂ ਨੇ ਬੜਾ ਹੀ ਖੁਸ਼ੀ ਜ਼ਾਹਰ ਕੀਤੀ, ਬੜੀ ਖੁਸ਼ੀ ਜ਼ਾਹਰ ਕੀਤੀ। ਧੰਨ ਬਾਬਾ ਬੁੱਢਾ ਜੀ ਨੇ ਬੜਾ ਹੀ ਵਧੀਆ ਨਾਮ ਰੱਖਿਆ। ਹਾਂਜੀ। ਇਮ ਸਤਿਗੁਰ ਪੁਰ ਨਾਮ ਧਰਾਇਓ। ਇਸ ਤਰੀਕੇ ਨਾਲ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਗਰ ਦਾ ਨਾਮ ਰਖਵਾਇਆ ਜੀ ਬਾਬਾ ਜੀ ਦੇ ਕੋਲੋਂ। ਅਬ ਲਾਓ ਸਗਰੇ ਜਗ ਪ੍ਰਗਟਾਇਓ। ਭਾਈ ਸੰਤੋਖ ਸਿੰਘ ਜੀ ਕਹਿੰਦੇ ਅੱਜ ਤੱਕ ਉਸ ਨਗਰ ਦਾ, ਉਸ ਇਲਾਕੇ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਤੇ ਹੀ ਹੈ, ਸ੍ਰੀ ਹਰਗੋਬਿੰਦਪੁਰ। ਹਾਂਜੀ। ਵੇਖੋ ਖਾਸ ਗੱਲ ਪਿਆਰਿਓ, ਮਹਾਂਪੁਰਖਾਂ ਦੀ ਸੋਚ ਬੜੀ ਵੱਡੀ ਹੁੰਦੀ ਹੈ। ਰੱਬ ਦੇ ਪਿਆਰਿਆਂ ਦੀ, ਅਭਿਆਸੀ ਪੁਰਸ਼ਾਂ ਦੀ ਸੋਚ ਬੜੀ ਵੱਡੀ ਹੁੰਦੀ ਹੈ। ਹੁਣ ਅੰਦਾਜ਼ਾ ਲਾਓ, ਬਾਬਾ ਜੀ ਨੇ ਨਾਮ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਤੇ ਰੱਖਿਆ ਜੀ। ਹਾਂਜੀ। ਇਹਦਾ ਭਾਵ ਜਿਹੜਾ ਵਿਅਕਤੀ ਨਗਰ ਦਾ ਵੀ ਨਾਮ ਲਏਗਾ ਉਹਦਾ ਵੀ ਭਲਾ ਹੋਏਗਾ ਜੀ। ਹਾਂਜੀ। ਬੱਸਾਂ ਦੇ ਉੱਤੇ ਅੱਗੇ ਲਿਖੀ ਹੁੰਦੀ ਪੱਟੀ ਜੀ, ਸ੍ਰੀ ਹਰਗੋਬਿੰਦਪੁਰ, ਤੇ ਟੀਟੀ ਵਿਚਾਰਾ ਆਵਾਜ਼ਾਂ ਮਾਰਦਾ ਕਹਿੰਦਾ ਸ੍ਰੀ ਹਰਗੋਬਿੰਦਪੁਰ, ਸ੍ਰੀ ਹਰਗੋਬਿੰਦਪੁਰ ਕਹੀ ਜਾਂਦਾ ਜੀ। ਹਾਂਜੀ। ਕੋਈ ਪੁੱਛਦਾ ਜੀ ਕਿੱਥੇ ਜਾਣਾ, ਕਹਿੰਦੇ ਜੀ ਸ੍ਰੀ ਹਰਗੋਬਿੰਦਪੁਰ ਜਾਣਾ। ਕਿੱਥੋਂ ਆਏ ਹੋ, ਸ੍ਰੀ ਹਰਗੋਬਿੰਦਪੁਰ ਤੋਂ ਆਏ ਆ। ਪਿਆਰਿਓ, ਨਗਰ ਦਾ ਨਾਮ ਲੈਂਦਿਆਂ ਲੈਂਦਿਆਂ ਗੁਰੂ ਸਾਹਿਬ ਦਾ ਵੀ ਨਾਮ ਲਿਆ ਜਾਂਦਾ ਹੈ। ਇਹਦੇ ਨਾਲ ਨਗਰ ਦਾ ਨਾਮ ਤੇ ਗੁਰੂ ਜੀ ਦਾ ਨਾਮ ਇੱਕ ਹੀ ਹੋ ਗਿਆ। ਨਾਮ ਲਿਆ ਵੀ ਸਾਡਾ ਭਲਾ ਹੁੰਦਾ ਜੀ। ਸੂਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ, ਆਖੋ ਸ੍ਰੀ ਹਰਗੋਬਿੰਦਪੁਰ। ਹਾਂਜੀ। ਖਾਸ ਮਹਿਲ ਗੁਰ ਕੇ ਬਰ ਚਿਨੇ। ਗੁਰੂ ਸਾਹਿਬ ਵਾਸਤੇ ਬੜਾ ਵਧੀਆ ਘਰ ਬਣਾਇਆ ਗਿਆ ਜੀ। ਬ੍ਰਿੰਦ ਖਚੇ ਨਗ ਕੰਚਨ ਸਨੇ। ਬਹੁਤ ਸੋਹਣਾ ਉਹਦੇ ਵਿੱਚ ਸਾਧ ਸੰਗਤ ਦੀ ਨਗ ਕੀਮਤੀ ਮੋਤੀ ਲਾਏ ਗਏ ਜੀ। ਰੁਚਿਰ ਰੀਤ ਕੇ ਦਰ ਰਖਵਾਏ। ਬਹੁਤ ਸੋਹਣੀ ਤਰੀਕੇ ਦੇ ਦਰਵਾਜ਼ੇ ਲੱਗੇ ਜੀ। ਜਿਸ ਕੋ ਦੇਖਤ ਦੇਵ ਲੁਭਾਏ। ਜਿਨ੍ਹਾਂ ਨੂੰ ਵੇਖ ਕੇ ਦੇਵਤੇ ਵੀ ਲੁਭਾਏਮਾਨ ਹੁੰਦੇ ਸੀ। ਅੱਜ ਉਹ ਘਰ ਨਹੀਂ ਹੈ ਉੱਥੇ ਗੁਰੂ ਜੀ ਦਾ, ਪਰ ਅਸਥਾਨ ਬੜਾ ਵੱਡਾ ਬਣਿਆ ਹੋਇਆ ਜੀ। ਹਾਂਜੀ। ਇਮ ਕੇਤਕ ਦਿਨ ਕਰੇ ਗੁਜ਼ਾਰਨ। ਇਸ ਤਰੀਕੇ ਨਾਲ ਕਈ ਦਿਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਸ੍ਰੀ ਹਰਗੋਬਿੰਦਪੁਰ ਸਾਹਿਬ ਸੱਚੇ ਪਾਤਸ਼ਾਹ ਜੀ ਰਹੇ। ਸਿੱਖ ਅਨੇਕਾਂ ਕਰਤ ਉਦਾਹਰਨ। ਅਨੇਕਾਂ ਦਾ ਉਧਾਰ ਕੀਤਾ। ਜਹ ਕਹੈ ਜਗ ਮਹਿ ਜਸ ਬਹੁ ਫੈਲਾ। ਜਿੱਥੇ ਕਿਥੇ ਨਹੀਂ ਮਹਾਰਾਜ ਦਾ ਜਸ ਫੈਲਿਆ, ਮਹਾਰਾਜ ਦੀ ਨਗਰੀ ਦਾ ਜਸ ਫੈਲਿਆ। 167 ਦੇਸ਼ਾਂ 'ਚ ਕਥਾ ਜਾਣੀ ਹੈ ਜੀ। ਮੈਨੂੰ ਇੱਕ ਦਿਨ ਗੁਰਮੁਖ ਪਿਆਰੇ ਗਿਣਤੀ ਕਰਕੇ ਦੱਸ ਰਹੇ ਸੀ, ਯੂਰਪ ਦੇ ਦੇਸ਼ਾਂ ਵਿੱਚ ਤੇ ਜਿੱਥੇ ਜਿੱਥੇ ਨੈਟ ਚੱਲਦੇ ਆ, ਹੁਣ ਤਾਂ ਵੱਧ ਦੇਸ਼ਾਂ 'ਚ ਵੀ ਜਾਂਦੀ ਹੋਏਗੀ। ਕਿੰਨੇ ਦੇਸ਼ਾਂ ਦੇ ਵਿੱਚ ਕਥਾ ਜਾਣੀ ਦੀ, ਤੇ ਸਾਰੇ ਦੇਸ਼ਾਂ 'ਚ ਸ੍ਰੀ ਹਰਗੋਬਿੰਦਪੁਰ ਦਾ ਨਾਮ ਚਲੇ ਗਿਆ ਜੀ। ਤੁਸੀਂ ਵੀ ਆਪਣੀ ਰਸਨਾ ਤੋਂ ਕਹਿ ਦਿਓ ਸ੍ਰੀ ਹਰਗੋਬਿੰਦਪੁਰ, ਸ੍ਰੀ ਹਰਗੋਬਿੰਦਪੁਰ। ਤੁਹਾਡੀ ਆਵਾਜ਼ ਵੀ ਚਲੇਗੀ ਜੀ। ਜੇ ਹੋਰ ਭਜਾਉਣੀ ਤੇ ਹੋਰ ਗੱਜ ਕੇ ਕਹਿ ਦਿਓ। ਸਾਰੇ ਗੱਜ ਕੇ ਕਹੋ ਸ੍ਰੀ ਹਰਗੋਬਿੰਦਪੁਰ। ਹਾਂ। ਹਾਂਜੀ। ਜਹ ਕਹੈ ਜਗ ਮਹਿ ਜਸ ਬਹੁ ਫੈਲਾ। ਜਿਸ ਆਗੈ ਨਿਸਪਤ ਲਵੰਗ ਮੈਲਾ। ਮਹਾਰਾਜ ਦਾ ਜਸ ਫੈਲਿਆ, ਜਿੱਥੇ ਕਿੱਥੇ ਨਹੀਂ ਗੁਰੂ ਜੀ ਦਾ ਜਸ ਫੈਲਿਆ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਜੱਗ ਕੇ ਤੇ ਇਸ ਜਸ ਅੱਗੇ ਚੰਦ ਵੀ ਮੈਲਾ ਹੈ। ਐਡਾ ਉੱਚਾ ਜਸ ਮਹਾਰਾਜ ਦਾ। ਸੋ ਮਹਾਰਾਜ ਜੀ ਕਿਰਪਾ ਕਰੋ। ਧੰਨ ਧੰਨ ਬਾਬਾ ਬੁੱਢਾ ਜੀ ਆਏ, ਬਾਬਾ ਜੀ ਨੇ ਨਾਮ ਰੱਖਿਆ। ਆਪ ਜੀ ਨੂੰ ਸਾਰਿਆਂ ਨੂੰ ਵਧਾਈਆਂ ਹੋਣ ਜੀ। ਹਾਂਜੀ। ਹੁਣ ਆਪਾਂ ਪੰਕਤੀ ਪੜ੍ਹੀਏ ਜੀ। ਜਿਨੀ ਡਿਠਾ ਮੇਰਾ ਸਤਿਗੁਰ ਭਾਉ ਕਰ। ਜਿਨੀ ਡਿਠਾ ਮੇਰਾ ਸਤਿਗੁਰ ਭਾਉ ਕਰ। ਭਾਉ ਦਾ ਅਰਥ ਹੁੰਦਾ ਪਿਆਰ। ਜਿਨੀ ਡਿਠਾ ਮੇਰਾ ਸਤਿਗੁਰ ਭਾਉ ਕਰ।
ਨਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ ਪਿਆਰ ਨਾਲ, ਬੜੇ ਹੀ ਪਿਆਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ। ਇਹ ਸਾਡੇ ਗੁਰੂ ਜੀ ਨੇ, ਸਾਧ ਸੰਗਤ ਜੀ, ਸਾਡੇ ਮਾਲਕ ਹਨ। ਜਿਨੀ ਡਿਠਾ ਮੇਰਾ ਸਤਿਗੁਰ ਭਾਉ ਕਰ, ਜਿਨੇ ਤਿਨ ਕੇ ਸਭ ਪਾਪ ਗਵਾਈ, ਤਿਨ ਕੇ ਸਭ ਪਾਪ ਗਵਾਈ, ਤਿਨ ਕੇ ਸਭ ਪਾਪ ਗਵਾਈ। ਜਿਨੀ ਡਿਠਾ ਮੇਰਾ ਸਤਿਗੁਰ ਭਾਉ ਕਰ, ਗੱਜ ਕੇ ਸਾਰੇ ਗਿਆ ਕਰ, ਮੇਰਾ ਸਤਿਗੁਰ, ਕਿੰਨਾ ਪਿਆਰ ਦੇ ਇਹਦੇ ਚ। ਜਿਨੇ ਡਿਠਾ ਮੇਰਾ ਸਤਿਗੁਰ ਭਾਉ ਕਰ, ਤਿਨ ਕੇ ਸਭ ਪਾਪ ਗਵਾਈ। ਜਿਨੇ ਡਿਠਾ ਮੇਰਾ ਸਤਿਗੁਰ ਭਾਉ ਕਰ, ਜਿਨੇ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਮਿਹਰ ਕਰਨ। ਸਮਾਂ ਵੱਧ ਹੋ ਗਿਆ, 5 ਵਾਰੀ ਵਾਹਿਗੁਰੂ ਵਾਹਿਗੁਰੂ ਕਹੋ, ਫਿਰ ਖਿਮਾ ਮੰਗੀਏ। 5 ਵਾਰੀ ਕਹਿਣਾ, ਬੜੇ ਪਿਆਰ ਨਾਲ ਕਹੋ, ਵਾਹਿਗੁਰੂ 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 ਵਾਹਿਗੁਰੂ। ਗੁਰੂ ਜੀ ਮਿਹਰ ਕਰੇ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣ। ਆਪ ਜੀ ਸੰਗਤਾਂ ਭੁੱਲਾਂ ਦੀ ਮਾਫੀ ਬਖਸ਼ਿਓ ਜੀ। ਪਿਆਰ ਨਾਲ ਗੱਜ ਕੇ ਸਾਰੀਆਂ ਸੰਗਤਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।